ਤੁਸੀਂ ਤੇ ਕਬਾੜ ਸਪੀਕਰ ਵੇਚ ਦਿੱਤਾ, ਲੇਕਿਨ ਮੈਂ ਹੁਣ ਇਸ ਨੂੰ ਤੁਹਾਨੂੰ ਨਵੇਂ ਸਪੀਕਰ ਤੋਂ ਵੀ ਬਿਹਤਰ ਬਣਾ ਕੇ ਵਿਖਾਈ ਸਾਂ। ਕਬਾੜ ਵਾਲੇ ਚੋਰ ਮੈਨੂੰ ਦੱਸਿਆ ਵੀ ਸਪੀਕਰ ਆਇਆ ਪਿਆ। ਮੈਂ ਆਖਿਆ ਮੈਂ ਹੁਣੇ ਆਇਆ ਆ ਕੇ ਚਾ ਲੈ। ਤੇ ਮੈਂ ਆ ਗਿਆ ਸਪੀਕਰ ਲਾ, ਮੈਨੂੰ ਇੱਥੇ ਇਹਦਾ ਮੈਂ ਵਜ਼ਨ ਕਰ ਰਿਹਾ। ਵਜ਼ਨ ਕਰਨ ਤੋਂ ਬਾਅਦ ਇਸ ਨੂੰ ਮੈਂ ਇਸ ਤਰ੍ਹਾਂ ਇਤਨਾ VIP ਬਣਾਈ ਸਨ। ਇਹਦੀ ਸਾਊਂਡ ਬੇਸ ਇਤਨੀ ਜ਼ਿਆਦੀ ਹੋ ਸੀ ਨਾ, ਹੈਵੀ ਬੇਸ ਹੋ ਸੀ, ਬੜੀ ਧਮਕ ਆਉਣੀ ਹੈ, ਬੜੀ ਇਹਦੀ ਸੋਹਣੀ ਆਵਾਜ਼ ਬਣਾ ਛੋੜਨੀ ਹੈ। ਤੇ ਇਹਦਾ ਵਜ਼ਨ ਤਕਰੀਬਨ ਇੱਥੇ ਆਪ ਤੁਸੀਂ ਵੇਖ ਸਕਦੇ ਹੋ 3 ਕਿਲੋ ਦੇ ਨੇੜੇ ਤੇੜੇ ਇਹ 2 ਕਿਲੋ ਤੇ ਤਕਰੀਬਨ 800 ਗ੍ਰਾਮ ਬਣਦਾ ਪਿਆ। ਤੇ ਹੁਣ ਇੱਥੇ ਜਿਹੜਾ ਨੰਬਰ ਰਿਪੇਅਰ ਕਰਨ ਦਿੰਦਾ ਪਈਆਂ। ਤੇ ਇਸ ਦਾ ਹੁਣ ਸਾਰਿਆਂ ਤੋਂ ਪਹਿਲੇ ਪਰਦਾ ਸ਼ਰਦਾ ਮੈਂ ਲਾ ਲਈ ਸਾਂ, ਕੋਇਲ ਵਗੈਰਾ ਨਿਕਾਲ ਕੇ। ਉਸ ਤੋਂ ਬਾਅਦ ਇਹਦੇ ਵਿੱਚ ਹੈ ਨਵਾਂ ਪਰਦਾ ਤੇ ਇਹ ਸਪੈਡਰ ਸਿਰਫ ਮੈਂ ਲਾਉਣਾ। ਖਰਚਾ ਸਿਰਫ ਕਿਤਨਾ ਆਉਂਦਾ ਪਿਆ, ਸਿਰਫ 100 ਰੁਪਏ। 100 ਰੁਪਏ ਦੇ ਵਿੱਚ ਇਹ ਸਪੀਕਰ ਇਤਨਾ ਚੰਗੀ ਆਵਾਜ਼ ਵਾਲਾ ਬਣ ਜਾਸੀ, ਇਤਨੀ ਹੈਵੀ ਇਹਦੀ ਬੇਸ ਹੋ ਸੀ, ਆਵਾਜ਼ ਹੋ ਸੀ। ਤੁਸੀਂ ਐਂਡ ਤਾਈਂ ਵੀਡੀਓ ਵੇਖੋ ਤਾਂ ਤੁਹਾਨੂੰ ਆਪੇ ਪਤਾ ਚੱਲ ਜਾਸੀ। ਤੇ ਇਸ ਨੂੰ ਫਿੱਟ ਕਰਨ ਦਾ ਤਰੀਕਾਕਾਰ ਜਿਹੜਾ ਹੈ ਪਿਆ ਉਹ ਤੁਹਾਨੂੰ ਬਿਲਕੁਲ ਆਸਾਨ ਤਰੀਕਾਕਾਰ ਦੱਸੇ ਸਾਂ। ਵੀਡੀਓ ਜਿਹੜੀ ਹੈ ਨਾ ਬਹੁ ਮੁਕੰਮਲ, ਇਹਦਾ ਜਿਹੜਾ ਨਾ ਕੋਈ ਸੀਨ ਵੀ ਸਕਿਪ ਨਹੀਂ ਕੀਤਾ, ਸਾਰਾ ਇਹਦਾ ਮੁਕੰਮਲ ਡਿਟੇਲ ਨਾਲ ਚੰਗੀ ਤਰ੍ਹਾਂ ਜਿਹੜਾ ਨਵਾਂ ਸਿੱਖਣ ਵਾਲਾ ਹੈ ਨਾ, ਆਮ ਬੰਦਾ ਉਹ ਵੀ ਆਸਾਨੀ ਨਾਲ ਇਹ ਸਪੀਕਰ ਰਿਪੇਅਰ ਕਰ ਲੈ ਸੀ। ਉਹਦੇ ਵਾਸਤੇ ਮੁਸ਼ਕਿਲ ਕੋਈ ਨਹੀਂ ਆਉਣੀ। ਤੇ ਇਸ ਸਪੀਕਰ ਦੀ ਜਿਹੜੀ ਹੈ ਕੀਮਤ ਕਿਤਨੇ ਦਾ ਆਇਆ ਵੀ ਆ ਇਹ ਵੀ ਤੁਹਾਨੂੰ ਦੱਸ ਦਿੰਦੇ ਆ। ਇਹ ਸਪੀਕਰ ਆਇਆ ਵੀ ਆ 150 ਰੁਪਏ ਕਿਲੋ। ਉਸ ਮੈਨੂੰ ਇਸ ਦਾ ਰੇਟ ਲਾਇਆ 150 ਰੁਪਏ ਕਿਲੋ ਨਾਲ ਤੁਸੀਂ ਬਣਾ ਲਓ। 300 ਰੁਪਏ ਦਾ ਸਪੀਕਰ ਬਣਿਆ ਤਕਰੀਬਨ 280 ਰੁਪਏ ਦਾ। ਤੇ 280 ਰੁਪਏ ਦਾ ਸਪੀਕਰ ਆਇਆ, 100 ਰੁਪਏ ਦੇ ਉੱਤੇ ਖਰਚ ਹੁੰਦਾ ਵੀ ਹੈ। ਕਿਤਨੇ ਦਾ ਜਾ ਬਣ ਗਿਆ 380 ਰੁਪਏ ਦਾ ਸਪੀਕਰ ਆਪਣਾ ਬਣ ਗਿਆ, ਬਣ ਕੇ ਤਿਆਰ ਹੋ ਗਿਆ। ਅਗਰ ਇਹ ਤੁਸੀਂ ਸਪੀਕਰ ਨਵਾਂ ਲਈ ਸੋ ਤਾਂ ਤੁਹਾਨੂੰ ਇਹ ਸਪੀਕਰ ਮਿਲ ਸੀ ਤਕਰੀਬਨ 3500 ਤੋਂ ਘੱਟ ਤੁਹਾਨੂੰ ਸਪੀਕਰ ਕੋਈ ਨਹੀਂ ਮਿਲਣਾ, ਕਿਉਂਕਿ ਇਹ ਸਪੀਕਰ ਦਾ ਮੈਗਨੇਟ ਬਹੁਤ ਚੰਗਾ ਵੀ ਆ। ਇਸ ਦੇ ਜਿਹੜਾ ਆਮ ਅੱਜ ਕੱਲ੍ਹ ਸਪੀਕਰ ਆਉਂਦੇ ਪੈਣ ਉਹ ਉਹਨਾਂ ਦਾ ਸਹੀ ਕੋਈ ਨਹੀਂ, ਆਵਾਜ਼ ਸਾਊਂਡ ਸਹੀ ਨਹੀਂ ਬਣਦਾ, ਲੇਕਿਨ ਉਹਦੇ ਵਿੱਚ ਚੰਗੇ ਸਪੀਕਰ ਵੀ ਮਿਲਦੇ ਨੇ ਅੱਜ ਕੱਲ੍ਹ ਜਿਹੜੇ ਨਵੇਂ ਆਉਂਦੇ ਪੈਣ ਉਹ ਨੀਰੇ ਮੰਗੇ ਪਏ। ਤੇ ਇਹ ਸਪੀਕਰ ਦਾ ਜਿਹੜਾ ਨਾ ਇਹ ਤੁਹਾਡਾ 400 ਦੇ ਨੇੜੇ ਤੇੜੇ ਇਹ ਜਾ ਕੇ ਤਿਆਰ ਹੋ ਜਾਣਾ। ਤੇ ਇਹ ਤੁਸੀਂ ਵੀਡੀਓ ਹੁਣ ਚੰਗੀ ਤਰ੍ਹਾਂ ਵੇਖ ਲੈਣੀ ਹੈ, ਐਂਡ ਤਾਈਂ ਤੁਸੀਂ ਵੀਡੀਓ ਵੇਖ ਲੈਣੀ ਹੈ। ਅਗਰ ਤੁਸੀਂ ਵੀਡੀਓ ਵਿੱਚ ਸਕਿਪ ਕਰੇ ਸੋ ਮੋੜ ਤੁਹਾਨੂੰ ਮਜ਼ਾ ਨਹੀਂ ਆਉਣਾ। ਵੀਡੀਓ ਚੰਗੀ ਰੀਤ ਤੁਸੀਂ ਵੇਖ ਲਵਣੀ। ਤੁਹਾਨੂੰ ਕਦੀ ਵੀ ਕੋਈ ਇਸ ਤੋਂ ਛੋਟਾ ਸਪੀਕਰ ਰਿਪੇਅਰ ਕਰਨਾ ਪੈਂਦਾ ਉਹ ਵੀ ਆਸਾਨੀ ਨਾਲ ਕਰ ਲੈ ਸੋ। ਇਹ 10 ਇੰਚ ਦਾ ਸਪੀਕਰ ਹੈ, ਜੇ ਅਗਰ ਤੁਸੀਂ 6 ਇੰਚ ਦਾ ਕਰੇਂਦੇ ਹੋ 8 ਇੰਚ ਦਾ ਕਰੇਂਦੇ ਹੋ ਸੇਮ ਇਹਨਾਂ ਦੀ ਰਿਪੇਅਰਿੰਗ ਇੱਕ ਹੈ ਪਈ। ਤੁਸੀਂ ਉਹ ਕਿਸੇ ਹੋਰ ਸਪੀਕਰ ਰਿਪੇਅਰ ਕਰਨ ਦੀ ਤੁਹਾਨੂੰ ਵੀਡੀਓ ਵੇਖਣ ਦੀ ਲੋੜ ਹੀ ਨਹੀਂ ਪਊਣੀ। ਜੇ ਅਗਰ ਇਸ ਵੀਡੀਓ ਨੂੰ ਤੁਸੀਂ ਮੁਕੰਮਲ ਵੇਖ ਲਿਆ ਜ਼ਰੀਏ ਕਿ ਵੀ ਨੇ ਸਕਿਪ ਕੀਤਾ ਤੇ ਇਸ ਵੀਡੀਓ ਨੂੰ ਕੱਟਣਾ ਨਹੀਂ, ਤੁਸੀਂ ਰਾਹ 'ਚ ਮੁਕੰਮਲ ਚੰਗੀ ਰੀਤ ਵੇਖ ਲੈਣਾ, ਸਮਝ ਲੈਣਾ ਕੰਮ ਨੂੰ। ਤੇ ਸਾਰਿਆਂ ਤੋਂ ਪਹਿਲੇ ਇਹਦੀ ਸਫਾਈ ਚੰਗੀ ਰੀਤ ਕਰ ਲੈਣੀ। ਸਫਾਈ ਕਰਨ ਤੋਂ ਬਾਅਦ ਇਹਦਾ ਸਪੀਡਰ ਰੇਟੂ ਲੈਂਦੇ ਪਏ ਆ ਇਹ ਵੀ ਲਾ ਕੇ, ਉਸ ਤੋਂ ਬਾਅਦ ਇਹਦੇ ਉੱਤੇ ਪੈਟਰੋਲ ਥੋੜਾ ਥੋੜਾ ਲਾ ਕੇ ਇਹਦੀ ਸਫਾਈ ਕਰਨੀ। ਤੇ ਵੀਡੀਓ ਤੁਸੀਂ ਐਂਡ ਤਾਈਂ ਵੇਖਣੀ ਹੈ, ਬਈ ਵੀਡੀਓ ਨੂੰ ਸਕਿਪ ਨਹੀਂ ਕਰਨਾ। ਤੁਹਾਨੂੰ ਇਸ ਦੇ ਸਮਾਨ ਦੀ ਮਾਲੂਮਾਤ ਨਹੀਂ ਹੋਈ ਮੈਂ ਤੁਹਾਨੂੰ ਦੱਸ ਦੇਣਾ। ਜਿਹੜਾ ਮੈਂ ਲੈਂਦਾ ਖਣਾ ਇਹ ਸਪੈਡਰ, ਇਹਦਾ ਨਾਂ ਸਪੈਡਰ ਹੈ ਪਈ। ਤੇ ਜਿਹੜੇ ਉਹਦੇ ਉੱਤੋਂ ਲੱਗਦਾ ਕਾਲਾ ਉਹਦਾ ਨਾਂ ਹੁੰਦਾ ਪਰਦਾ। ਤੇ ਜਿਹੜਾ ਦੂਸਰਾ ਇਹ ਵੀ ਆ ਇਹਦੇ ਵਿੱਚ ਜਿਹੜੀ ਲੱਗਦੀ ਗੋਲ ਉਹ ਹੁੰਦੀ ਕੋਇਲ। ਇਸ ਤੋਂ ਇਲਾਵਾ ਇਹਦੇ ਉੱਤੇ ਇਹ ਕੌਲੀ ਵੀ ਲੱਗਦੀ ਹੈ। ਇਹਦੇ ਨਾਲ ਜਿਹੜੀਆਂ ਦੋ ਤਾਰਾਂ ਹੁੰਦੀਆਂ ਨੇ ਜਿਹੜੀਆਂ ਅੱਗੇ ਕੋਇਲ ਦੇ ਨਾਲ ਅਟੈਚ ਹੁੰਦੀਆਂ ਨੇ ਉਹ ਤਿੱਲੇ ਵਾਲੀ ਤਾਰ ਦਿੰਦੀ ਹੈ। ਤੇ ਇਸ ਤੋਂ ਇਲਾਵਾ ਇਹਦੇ ਵਿੱਚ ਹੋਰ ਇਸਤੇਮਾਲ ਹੋਣ ਵਾਲੀ ਚੀਜ਼ ਹੈ ਪਈ ਸਮੱਧ। ਉਹ ਸਮੱਧ ਹੁੰਦੀ ਹੈ ਟਿਊਬ ਜਿਹੀ, ਉਹ ਚ ਕਰ ਦੋ ਇਹਦੇ ਲਾ ਕੇ ਉਹਦੇ ਨਾਲ ਇਹਦੀ ਮਜ਼ਬੂਤੀ ਯਾਨੀ ਕਿ ਪਕੜ ਬਣਦੀ ਹੈ ਪਈ। ਤੇ ਇਸ ਸਪੀਕਰ ਦੀ ਆਵਾਜ਼ ਸਾਊਂਡ ਚੰਗਾ ਬਣਾਉਣ ਵਾਸਤੇ ਇੱਕ ਹੋਰ ਵੀ ਬਹੁਤ ਜ਼ਿਆਦਾ ਜ਼ਰੂਰੀ ਚੀਜ਼ ਹੈ ਪਈ। ਉਹ ਕਿਹੜੀ ਹੈ ਪਈ, ਇਸ ਸਪੀਕਰ ਦੀ ਸਫਾਈ ਕਰਨਾ ਜ਼ਰੂਰੀ ਹੈ। ਤੁਸੀਂ ਇਹਦੀ ਸਫਾਈ ਚੰਗੀ ਰੀਤ ਕਰਨੀ, ਦਿਲ ਲਾ ਕੇ ਅੱਛੇ ਤਰੀਕੇ ਨਾਲ ਇਹਦੀ ਸਫਾਈ ਕਰਨੀ। ਜਿਹੜੀ ਇਹਦੀ ਕੋਇਲ ਵਾਲੀ ਥਾਰ ਹੈ ਪਈ ਜਿੱਥੇ ਪੈਟਰੋਲ ਵਿਖਾਉਂਦੇ ਪਏ ਆ, ਇਸ ਥਾਂ ਨੂੰ ਤੁਸੀਂ ਚੰਗੀ ਰੀਤ ਸਾਫ਼ ਕਰਨਾ ਹੈ ਪਿਆ। ਇਹਦੇ ਵਿੱਚ ਜਿੱਥੇ ਕੋਇਲ ਚੱਲਦੀ ਹੈ ਪਈ ਉੱਥੇ ਕੀੜੀ ਦੀ ਟੰਗ ਜਿਤਨਾ ਹੀ ਜਿਹੜਾ ਨਾ ਕਚਰਾ ਨਹੀਂ ਹੋਣਾ ਚਾਹੀਦਾ। ਅਗਰ ਉਤਨਾ ਹੀ ਹੋਇਆ ਨਾ ਤੇ ਮੁੜ ਕੋਇਲ ਕਰਕਣ ਦੀ ਆਵਾਜ਼ ਯਾਨੀ ਕਿ ਕੋਇਲ ਦੀ ਸਕਰੈਚ ਦੀ ਆਵਾਜ਼। ਇੱਥੇ ਸਫਾਈ ਕਰਨਾ ਇਤਨਾ ਮੁਸ਼ਕਿਲ ਕੋ ਨਹੀਂ ਹੈ ਭਾਈ, ਬਿਲਕੁਲ ਆਸਾਨ ਹੈ ਸਫਾਈ ਇੱਥੇ ਕਿਸ ਤਰ੍ਹਾਂ ਕਰਨੀ ਹੈ। ਸਿਰਫ ਤੁਸੀਂ ਜਿਹੜਾ ਕੰਮ ਇਹਦਾ ਕਰਨਾ ਨਾ ਰਿਪੇਅਰਿੰਗ ਦਾ ਕੋਈ ਵੀ ਹੈ, ਕੋਈ ਇਸ ਤੋਂ ਇਲਾਵਾ ਹੋਰ ਵੀ ਕੰਮ ਕਰਿੰਦੇ ਹੋ ਕੰਮ ਦਿਲ ਨਾਲ ਕੀਤਾ ਉਹਦੇ ਵਿੱਚ ਕੰਮ ਜਿਹੜਾ ਨਾ ਉਹਦਾ ਮਜ਼ਾ ਹੀ ਕੋਈ ਹੋਰ ਹੁੰਦਾ ਵੀ ਹੈ। ਤੇ ਜਿਹੜਾ ਗਾਹਕ ਹੁੰਦਾ ਵੀ ਹੈ ਨਾ ਉਹ ਤਾਂ ਜਲਦਬਾਜ਼ੀ ਕਰੇਂਦਾ, ਲੇਕਿਨ ਤੁਸੀਂ ਜਲਦਬਾਜ਼ੀ ਨਹੀਂ ਕਰਨੀ। ਇਹਦੀ ਹੁਣ ਚੰਗੀ ਦੀ ਸਫਾਈ ਕਰ ਲੈਣੀ ਹੈ। ਸਮਾਧ ਸਾਰੇ ਸਾਈਡਾਂ ਤੋਂ ਜਿਹੜਾ ਨਾ ਚੰਗੀ ਦੀ ਸਮਾਧ ਦੀ ਸਫਾਈ ਕਰ ਲੈਣੀ। ਪਹਿਲੂ ਪਤਾ ਨਹੀਂ ਕਿਸ ਨੇ ਰਿਪੇਅਰ ਕੀਤਾ ਹੋਇਆ ਇਹਦੇ ਵਿੱਚ ਬਹੁਤ ਜ਼ਿਆਦਾ ਸਮਾਧ ਲੱਗੀ ਹੋਈ ਹੈ। ਸਹੀ ਦੀ ਸਫਾਈ ਕੋਈ ਨਾ ਕਰਿੰਦੇ, ਬਸ ਐਵੇਂ ਉੱਥੇ ਅਗਲੀ ਦੇ ਉੱਤੇ ਲਾ ਦਿੱਤਾ ਕੋਇਲ ਪਰਦਾ। ਲੇਕਿਨ ਇਹਦੀ ਜਿਸ ਤਰ੍ਹਾਂ ਹੁਣ ਸਫਾਈ ਮੈਂ ਕਰਿੰਦਾ ਪਿਆ ਤੁਸੀਂ ਆਪ ਕਚਰਾ ਵੇਖ ਲਈ ਸੋ ਇਹਦਾ ਤੁਸੀਂ ਆਪ ਹੀ ਅੰਦਾਜ਼ਾ ਲਾ ਲਈ ਸੋ ਇਹਦੇ ਉੱਤੇ ਕਿਤਨੀ ਜ਼ਿਆਦਾ ਸਮਾਧ ਜਿਹੜੀ ਹੈ ਪਈ ਉਹ ਜ਼ਿਆਦਾ ਲੱਗੀ ਹੈ ਤੁਸੀਂ ਵੇਖ ਲਓ।
ਇਹ ਸੁੱਕੀ ਹੋਈ ਸਮਾਨ ਦੇ जिसले सीनी होंगी उसले बहुत ज़्यादा होंगी तो जिसले सुक होंगी उसले बिल्कुल थोड़ी ज़्यादा होंगी लेकिन हुण कितनी ज़्यादा ये सफाई तुसीं वेख सकते हो कितनी बेहतरीन हो गई तो हुण आपां विचली कोयल वाली थार की सफाई करनी वो किस तरह करनी ये भी मैं तुहानूं दस देना ते इत्थे हुण तुसीं वेख लो इहदी चंगी दी सफाई हो गई लेकिन ये बड़ा हैवी क्वालिटी का ਇਹਦੀ ਬੇਸ ਸਾਊਂਡ ਬੜਾ ਜ਼ਿਆਦਾ ਬਣ ਜਾਣਾ ਵੀ ਬੂਮ ਪਾਵਰ ਵਾਲਾ ਬਣ ਜਾਣਾ ਤੇ ਇਹਦੇ ਵਿੱਚ ਕੋਇਲ ਉਹ ਆਪਾਂ ਇਸਤੇਮਾਲ ਕਰੇ ਸਾਂ ਤੇ ਇਹ ਇੱਕ ਮੈਂ ਟੂਲ ਬਣਾਇਆ ਹੋਇਆ ਇਹਦੇ ਵਿੱਚ ਮੇਰੇ ਪੇਪਰ ਵਗੈਰਾ ਸਾਰੇ ਕੱਟ ਕੇ ਰੱਖੇ ਹੁੰਦੇ ਇਹਦੇ ਨਾਲ ਹੁਣ ਇੱਥੇ ਸਫਾਈ ਕਰਨੀ ਹੈ ਸਾਰਿਆਂ ਤੋਂ ਪਹਿਲੇ ਇਹ ਪੇਪਰ ਇਹ ਵੀ ਹੈ ਇਹ ਬੋਤਲ ਦਾ ਬਣਾਇਆ ਹੋਇਆ ਬੋਤਲ ਦਾ ਕੱਟ ਕੇ ਇਸ ਤਰ੍ਹਾਂ ਦਾ ਤੁਸੀਂ ਵੀ ਪੇਪਰ ਬਣਾ ਸਕਦੇ ਹੋ ਉਸ ਤੋਂ ਇਲਾਵਾ ਐਕਸਰੇ ਦਾ ਜਾਂ ਉਹ ਜਿਹੜਾ ਬਾਲਾਂ ਦੇ ਕਾਪੀਆਂ ਜਿਲਦ ਕਰਨ ਵਾਲਾ ਪੇਪਰ ਹੁੰਦਾ ਉਹਦੇ ਨਾਲ ਵੀ ਤੁਸੀਂ ਕਰ ਸਕਦੇ ਹੋ ਇਹਦੀ ਇਸ ਤਰੀਕੇ ਨਾਲ ਸਫਾਈ ਕਰਨ ਤੋਂ ਬਾਅਦ ਚੰਗੀ ਦੀ ਫੂਕ ਵਗੈਰਾ ਮਾਰ ਲੈਣੀ ਉਸ ਤੋਂ ਬਾਅਦ ਤੁਸੀਂ ਇਸ ਪੇਪਰ ਦੇ ਉੱਤੇ ਕੋਈ ਨਰਮ ਬਰੀਕ ਜਿਹਾ ਕੱਪੜਾ ਚੜਾ ਕੇ ਨਵਾਂ ਉਸ ਦੇ ਨਾਲ ਇਹਦੇ ਵਿੱਚ ਚੰਗੀ ਦੀ ਸਫਾਈ ਕਰ ਲੈ ਵੇਖੋ ਕਿਤਨੀ ਇਹਦੀ ਕਾਲਕ ਵਗੈਰਾ ਵਿੱਚੋਂ ਨਿਕਲੀ ਤੇ ਇਸ ਤਰੀਕੇ ਨਾਲ ਤੁਸੀਂ ਸਫਾਈ ਇਹਦੀ ਚੰਗੀ ਦੀ ਕਰ ਲੈਣੀ ਸਫਾਈ ਜਿਤਨੀ ਜ਼ਿਆਦਾ ਕਰੇ ਸੋ ਉਤਨਾ ਜ਼ਿਆਦਾ ਜਿਹੜੀ ਆਵਾਜ਼ ਉਹ ਸੋਹਣੀ ਬਣਦੀ ਅਗਰ ਵੀ ਜ਼ਰੀਏ ਕੀ ਕਚਰਾ ਰਹਿ ਗਿਆ ਤਾਂ ਉਹ ਫਿਰ ਤੁਹਾਡੀ ਆਪਣੀ ਗਲਤੀ ਹੈ ਤੇ ਇਸ ਤੋਂ ਇਲਾਵਾ ਕੋਇਲ ਦਾ ਉੱਚਾ ਜਿੱਕਾ ਜਿਹੜੀ ਸੈਟਿੰਗ ਹੁੰਦੀ ਸਾਰਾ ਮੁਕੰਮਲ ਤੁਹਾਨੂੰ ਤਸੱਲੀ ਨਾਲ ਦੱਸਿਆ ਤੁਸੀਂ ਵੀਡੀਓ ਐਂਡ ਤਾਈਂ ਵੇਖਣੀ ਹੈ ਵੀਡੀਓ ਸਕਿਪ ਨਹੀਂ ਕਰਨੀ ਜਿਸ ਤਰੀਕੇ ਕੰਮ ਨੂੰ ਕੰਪਲੀਟ ਕਰਕੇ ਅਸੀਂ ਛੋੜਨਾ ਉਸੇ ਤਰੀਕੇ ਤੁਸੀਂ ਵੇਖਣਾ ਹੈ ਵੀ ਉਸੇ ਤਰ੍ਹਾਂ ਤੁਸੀਂ ਵੀ ਕੰਮ ਕਰਨਾ ਤੁਹਾਨੂੰ ਮੁਸ਼ਕਿਲ ਨਹੀਂ ਬਣਨੀ ਇਹ ਵੇਖ ਲਓ ਇੱਥੇ ਦੀ ਕਿਹੜੀ ਦੀ ਟੰਗ ਜਿਤਨਾ ਵਿੱਚ ਕਚਰਾ ਕੋਈ ਮੈਂ ਇੱਥੇ ਜ਼ੂਮ ਕਰਕੇ ਤੁਹਾਨੂੰ ਵਿਖਾ ਰਹੀ ਹਾਂ ਤੇ ਇਹ ਚ ਕਰ ਦੋ ਚੰਗੀ ਦੀ ਸਫਾਈ ਇਹਦੀ ਹੋ ਗਈ ਹੈ ਬਹੁਤ ਹੀ ਬਿਹਤਰੀਨ ਇਹ ਸਪੀਕਰ ਬਣ ਕੇ ਤਿਆਰ ਹੋ ਗਿਆ ਅਗਰ ਤੁਹਾਡੇ ਕੋਲ ਕੋਈ ਹਵਾ ਵਾਲਾ ਪੰਪ ਵਗੈਰਾ ਹੈ ਜਾਂ ਤੁਹਾਡੀ ਗਵਾੜੀ ਦੀ ਕੋਈ ਪ੍ਰੈਸ਼ਰ ਵਾਲੀ ਟੈਂਕ ਉਹਦੇ ਨਾਲ ਇਹਦੇ ਵਿੱਚ ਤੁਸੀਂ ਹਵਾ ਮੰਨ ਲਓ ਤਾਂ ਇਹ ਵੇਖ ਲਓ ਤੁਸੀਂ ਇਹਦੀ ਪਹਿਲੇ ਵਾਲੀ ਜਿਹੜੀ ਕੋਇਲ ਹੈ ਪਈ ਉਹ ਇਸਤੇਮਾਲ ਅਸੀਂ ਕਰ ਰਹੇ ਹਾਂ ਇਹਨੂੰ ਕਿਸ ਤਰ੍ਹਾਂ ਘੋਲਣਾ ਇਸ ਦੇ ਉੱਤੇ ਥੋੜ੍ਹੀ ਜਿਹੀ ਪੈਟਰੋਲ ਲਾ ਦੇਣਾ ਕੋਇਲ ਦੀ ਸਾਈਡਾਂ ਤੋਂ ਸਪੈਡਰ ਦੇ ਉੱਤੇ ਪੈਟਰੋਲ ਸਾਟ ਕੇ ਤੇ ਇਹ ਥੋੜ੍ਹੀ ਦੇਰ ਰੱਖ ਦੇਣਾ ਵੀ ਇਹ ਉਸ ਥੋੜ੍ਹੀ ਦੇਰ ਤੋਂ ਬਾਅਦ ਇਹਦਾ ਜਿਹੜਾ ਹੈ ਵੀ ਸਮੱਧ ਵਗੈਰਾ ਉਹ ਨਰਮ ਹੋ ਜਾਵੇ ਉਸ ਤੋਂ ਬਾਅਦ ਕੈਂਚੀ ਦੀ ਮਦਦ ਨਾਲ ਇੱਥੋਂ ਇਹਨੂੰ ਕੱਟ ਦੇ ਕੇ ਚ ਕਰ ਦੋ ਇਸ ਨੂੰ ਖੋਲ ਲਵਾਂਗੇ ਕੁਝ ਇਸ ਤਰੀਕੇ ਨਾਲ ਤੇ ਬਾਕੀ ਜਿਹੜਾ ਇਹਦਾ ਸਪੀਕਰ ਦੇ ਉੱਤੋਂ ਮੈਜਿਕ ਜੀ ਲੱਗੀ ਹੋਈ ਹੈ ਉਹਦੇ ਨਾਲ ਥੋੜ੍ਹਾ ਬਹੁਤਾ ਪੇਪਰ ਲਾ ਸੀ ਉਹਦਾ ਕੋਈ ਮਸਲਾ ਨਹੀਂ ਲੇਕਿਨ ਤੁਸੀਂ ਇਤਿਆਦ ਨਾਲ ਕੰਮ ਕਰਨਾ ਇਹਨੂੰ ਖੋਲਣਾ ਅਗਰ ਤੁਸੀਂ ਪੁਰਾਣੀ ਕੋਇਲ ਇਸਤੇਮਾਲ ਕਰਨਾ ਚਾਹ ਰਹੇ ਹੋ ਤੇ ਇਸ ਦੇ ਜ਼ਿਆਦਾ ਘੁੱਟਣਾ ਨਹੀਂ ਹੈ ਕੋਇਲ ਨੂੰ ਅਗਰ ਇਹ ਢੇੜੀ ਵੀ ਹੋ ਸਕਦੀ ਹੈ ਢੇੜੀ ਇਹਨੂੰ ਨਹੀਂ ਹੋਣ ਦੇਣਾ ਤੇ ਇਸ ਨੂੰ ਪਹਿਲੇ ਚੰਗੀ ਰੀਤ ਇੱਥੋਂ ਲਾ ਕੇ ਉਸ ਤੋਂ ਬਾਅਦ ਇਸ ਨੂੰ ਵੇਖ ਲਵਣਾ ਕੋਇਲ ਢੇੜੀ ਛੇੜੀ ਨਾ ਹੋਵੇ ਇਹਨੂੰ ਸਿੱਧਾ ਕਰ ਲਵਣਾ ਅਗਰ ਢੇੜੀ ਹੈ ਉਹ ਵੀ ਤਰੀਕਾਕਾਰ ਮੁਕੰਮਲ ਤੁਸੀਂ ਐਂਡ ਤਾਈਂ ਵੀਡੀਓ ਵੇਖ ਸੋ ਤੁਹਾਨੂੰ ਸਾਰੀ ਸਮਝ ਆ ਜਾਸੀ ਤੇ ਕੋਇਲ ਦੀ ਹੁਣ ਇੱਥੇ ਆਪਣੀ ਬਿਹਤਰੀਨ ਸਫਾਈ ਵਗੈਰਾ ਹੋ ਗਈ ਹੈ ਤੁਸੀਂ ਵੇਖ ਸਕਦੇ ਹੋ ਤੇ ਇਹ ਥੋੜਾ ਬਹੁਤਾ ਜਿਹੜਾ ਉੱਤੇ ਹੈ ਵੀ ਕਾਲਕ ਵਗੈਰਾ ਮੈਜਿਕ ਇਹਦਾ ਕੋਈ ਮਸਲਾ ਵੀ ਕੋਈ ਨਹੀਂ ਹੈ ਇਹ ਕਰਦਾ ਸਪੈਡਰ ਆਸਾਨੀ ਨਾਲ ਲੱਗ ਹੋਈ ਸੀ ਤੇ ਇੱਥੇ ਦੀਆਂ ਜਿਹੜੀਆਂ ਤਾਰਾਂ ਵਿੱਚ ਤਰੁੱਟੀਆਂ ਵਧੀਆਂ ਨੇ ਇਹ ਇੱਥੇ ਆਸਾਨੀ ਨਾਲ ਇਸ ਤਰੀਕੇ ਨਾਲ ਆਪਾਂ ਇਹਨਾਂ ਨੂੰ ਬਾਹਰ ਕੱਢ ਕੇ ਥੋੜਾ ਅੱਗਾ ਖੋਲ ਕੇ ਇਸ ਤਰ੍ਹਾਂ ਬੜੀਆਂ ਹੋ ਜਾਸਣ ਆਪਣੇ ਇਸਤੇਮਾਲ ਦੇ ਮੁਤਾਬਿਕ ਠੀਕ ਹੋ ਗਏ ਸਨ ਇੱਥੇ ਤੇ ਇੱਥੇ ਤਾਰਾਂ ਸਿੱਧੀਆਂ ਹੋਣਗੀਆਂ ਉਸ ਤੋਂ ਬਾਅਦ ਇਹਨਾਂ ਨੂੰ ਹੇਠਾਂ ਮੂਵ ਕਰ ਦੇਣਾ ਤੇ ਇੱਥੇ ਅਗਰ ਕੋਇਲ ਤੁਹਾਨੂੰ ਕਿਦੋਂ ਢੇੜੀ ਲੱਗ ਰਹੀ ਤਾਂ ਉਹਨੂੰ ਕੁਝ ਇਸ ਤਰੀਕੇ ਨਾਲ ਤੁਸੀਂ ਸਿੱਧਾ ਕਰਨਾ ਹੈ ਵੀ ਆ ਇਹਦੇ ਉੱਤੇ ਜ਼ਿਆਦਾ ਨਹੀਂ ਦਬਾਉਣਾ ਹੈ ਵੀ ਆ ਤੇ ਹੱਥਾਂ ਨਾਲ ਹੀ ਸਿੱਧਾ ਕਰਨਾ ਹੈ ਵੀ ਆ ਇੱਥੇ ਤੁਸੀਂ ਵੇਖ ਸਕਦੇ ਹੋ ਕਿ ਚੰਗੀ ਦੀ ਸਿੱਧੀ ਹੋ ਗਈ ਉਸ ਤੋਂ ਬਾਅਦ ਇਸ ਨੂੰ ਵਿੱਚ ਇਸ ਤਰੀਕੇ ਨਾਲ ਚੈੱਕ ਕਰਨਾ ਵੀ ਕੋਇਲ ਹਾਲੀ ਵਿੱਚ ਫਸਦੀ ਪਈ ਥੋੜੀ ਇਹਨੂੰ ਥੋੜਾ ਜਿਹਾ ਇੰਜ ਹੋਰ ਸਿੱਧਾ ਕਰਨਾ ਪਊ ਉਸ ਤੋਂ ਬਾਅਦ ਇਹ ਕਲੀਅਰ ਹੋ ਗਈ ਸੀ ਤੇ ਇਹਨੂੰ ਥੋੜੀ ਜਿਹੀ ਹੋਰ ਸਿੱਧਾ ਕਰਨ ਤੋਂ ਬਾਅਦ ਇਸ ਤਰੀਕੇ ਕੋਇਲ ਜਿਹੜਾ ਨਾਲ ਵਿੱਚ ਰਵਾ ਹੋਣੀ ਚਾਹੀਦੀ ਇੰਜ ਕੋਇਲ ਉੱਤੇ ਰੱਖੀ ਵੇ ਤੇ ਵਿੱਚ ਹੇਠਾਂ ਡੈਬ ਆਉਣੀ ਚਾਹੀਦੀ ਹੈ ਅਗਰ ਕੋਇਲ ਆਪਣੇ ਆਪ ਹੇਠਾਂ ਨਹੀਂ ਜਾਂਦੀ ਤੇ ਫਿਰ ਕੋਇਲ ਤੁਸੀਂ ਚੇਂਜ ਕਰ ਲਓ ਜੇ ਅਗਰ ਤੁਸੀਂ ਨਵੀਂ ਕੋਇਲ ਲਵਣ ਜਾਂਦੇ ਹੋ ਤਾਂ ਤੁਸੀਂ ਆਪਣਾ ਸਪੀਕਰ ਜਿਹੜਾ ਵੀ ਇਹ ਨਾਲ ਲੈ ਕੇ ਜਾਓ ਇਹ ਬਿਹਤਰ ਤਰੀਕਾ ਹੈ ਵੀ ਅਗਰ ਤੁਸੀਂ ਐਵੇਂ ਕੋਇਲ ਲੈ ਆਮ ਸਹੀ ਤਰ੍ਹਾਂ ਨਹੀਂ ਫਿੱਟ ਹੁੰਦੀ ਫਿਕਸ ਹੁੰਦੀ ਤੇ ਉਹਦੇ ਵਿੱਚ ਹੁਣ ਮਸਲਾ ਬਣਦਾ ਤੇ ਇੱਥੇ ਹੁਣ ਇਹਨੂੰ ਫਿੱਟ ਕਰਨ ਵਾਸਤੇ ਅਸੀਂ ਇਹ ਪੇਪਰ ਇਸਤੇਮਾਲ ਕਰ ਰਹੇ ਹਾਂ ਟਰਾਈ ਪੇਪਰ ਇਹ ਹੁੰਦਾ ਇਹ LCD ਦੀ ਬੈਕ ਸਾਈਡ ਦੇ ਹੁਣ ਤੱਕ ਤੁਸੀਂ ਐਕਸਰੇ ਵਾਲੇ ਵੀ ਇਸਤੇਮਾਲ ਕਰ ਸਕਦੇ ਹੋ ਇਹ ਐਕਸਰੇ ਦੂਸਰੇ ਵਾਲਾ ਇਹ ਪਿਆ ਕਾਪੀਆਂ ਕਿਤਾਬਾਂ ਜਿਹੜੀਆਂ ਜਿਲਦ ਕਰੀਨ ਉਸ ਵਾਲਾ ਇਹ ਪੇਪਰ ਇਹ ਵੀ ਆ ਇਹਨੂੰ ਕੁਝ ਇਸ ਤਰੀਕੇ ਨਾਲ ਗੋਲ ਪੇਪਰ ਨੂੰ ਇਹਦਾ ਹਿਸਾਬ ਦਾ ਕੱਟ ਲੈਣਾ ਪਿਆ ਬਈ ਬਾਹਰ ਫਾਲਤੂ ਨਾ ਰਵੇ ਇਹ ਦੂਏ ਜਿਹੜੇ ਤਰਾਏ ਹਨ ਪੇਪਰ ਉਹ ਇਸ ਤਰੀਕੇ ਨਾਲ ਲਾ ਕੇ ਉਸ ਤੋਂ ਬਾਅਦ ਇਹਦੇ ਕੋਇਲ ਜਿਹੜੀ ਹੈ ਪਈ ਉਹ ਫਿੱਟ ਕਰ ਦੇਣੀ ਤੇ ਜਿਹੜਾ ਤਰੀਕਾਕਾਰ ਹੈ ਮੁਕੰਮਲ ਤੁਹਾਨੂੰ ਡਿਟੇਲ ਨਾਲ ਇਸ ਵਾਸਤੇ ਦੱਸਦੇ ਪਏ ਤਾਂ ਕਿ ਜਿਹੜਾ ਨਵਾਂ ਸਿੱਖਣ ਵਾਲਾ ਉਹਦੇ ਵਾਸਤੇ ਬਿਲਕੁਲ ਆਸਾਨੀ ਹੋ ਜਾਵੇ ਉਹਨੂੰ ਫਿਟਿੰਗ ਕਰਨ ਵਾਸਤੇ ਮੁਸ਼ਕਿਲ ਨਾ ਬਣੇ ਤੇ ਤੁਸੀਂ ਅਗਰ ਚੈਨਲ को ਸਬਸਕ੍ਰਾਈਬ ਨਹੀਂ ਕੀਤਾ ਹੋਇਆ ਤਾਂ ਉਹਨੂੰ ਤੁਸੀਂ ਸਬਸਕ੍ਰਾਈਬ ਲਾਜ਼ਮ ਕਰ ਲਓ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਇਸ ਤੋਂ ਇਲਾਵਾ ਤੁਸੀਂ ਬਾਕੀ ਵੀਡੀਓ ਤੇ ਵੀ ਵਿਜ਼ਿਟ ਕਰਨਾ ਹੈ ਪਿਆ ਉਹਨਾਂ ਵੀਡੀਓ ਨੂੰ ਤੁਸੀਂ ਵੇਖਣਾ ਪਿਆ ਸਾਰੀਆਂ ਵੀਡੀਓ ਹੇਠਾਂ ਤਾਈਂ ਤੁਸੀਂ ਵੇਖ ਸਕੋ ਤੁਹਾਨੂੰ ਪਹਿਲੇ ਵਾਲੀਆਂ ਜਿਹੜੀਆਂ ਵੀਡੀਓ ਉਹਨਾਂ ਦੇ ਵਿੱਚ ਸਪੀਕਰ ਵੀ ਰਿਪੇਅਰ ਕੀਤੇ ਹੋਏ ਤੇ ਟਾਰਚ ਲਾਈਟਾਂ ਵੀ ਦਸਤੀ ਬਣਾਈਆਂ ਮੋਬਾਈਲ ਦੀ ਖਰਾਬ ਬੈਟਰੀ ਜਿਹੜੀ ਉਹਨੂੰ ਮੋਬਾਈਲ ਦੇ ਵਿੱਚ ਇਸਤੇਮਾਲ ਨਹੀਂ ਹੋ ਸਕਦੀ
ਉਹ ਬੈਰ ਉਹਦੇ ਵਾਸਤੇ ਟਾਰਚ ਲਾਈਟ ਆਪਣੀ ਆਸਾਨੀ ਨਾਲ ਬਣਾ ਸਕਦੇ ਹਾਂ। 2-3 ਘੰਟੇ ਉਹਦੀ ਟਾਈਮਿੰਗ ਹੁੰਦੀ ਹੈ ਰੋਸ਼ਨੀ ਵਾਸਤੇ ਇਸਤੇਮਾਲ ਕਰਨ ਵਾਸਤੇ। ਅਤੇ ਇਹਦਾ ਜਿਹੜਾ ਸਪੀਕਰ ਦੀ ਇਹ ਵੀ ਆ ਕੋਇਲ ਦਾ ਲੇਵਲ ਇਹ ਵੀ ਆ ਉਹ ਇਸ ਤਰੀਕੇ ਨਾਲ ਇਹਨੂੰ ਫਿਟ ਕਰਕੇ ਥੋੜ੍ਹਾ ਹੇਠਾਂ ਦਬਾਈ ਜਾਵਣਾ ਵੀ ਆ। ਇਸ ਤਰ੍ਹਾਂ ਇਸ ਦੀ ਫਿਟਿੰਗ ਕਰ ਲਵਣੀ ਹੈ ਕੋਈ। ਇਸ ਤਰ੍ਹਾਂ ਫਿਟਿੰਗ ਕਰਨ ਤੋਂ ਬਾਅਦ ਇਸ ਦਾ ਕੀ ਕਰਨਾ, ਕੋਇਲ ਅਗਰ ਬਹੁਤ ਜ਼ਿਆਦਾ ਸਖਤ ਹੇਠਾਂ ਜਾਂਦੀ ਪਈ ਮੁੜ ਤੁਸੀਂ ਪੇਪਰ ਜ਼ਰੀਏ ਕੱਟ ਲਵੋ, ਥੋੜ੍ਹੇ ਕਰ ਲਓ। ਲੇਕਿਨ ਅਗਰ ਕੋਇਲ ਥੋੜੀ ਜੇ ਟਾਈਟ ਹੈ ਪਈ ਮੁੜ ठीक है भैया, कोई मसला ही कौन। तो इतना इसका लेवल रखना, इतना लेवल रखने का मकसद ये भी है भी बहुत ज़्यादा चीकनी आवाज़ ना हो सी, तो दूसरा बेस बहुत ज़्यादा हो गई सी। ਤੇ ਇਸ ਤੋਂ ਇਲਾਵਾ ਆਵਾਜ਼ ਜਿਹੜੀ ਹੈ ਪਈ ਯਾਨੀ ਕਿ ਬਿਹਤਰੀਨ ਆਵਾਜ਼ ਸੀ ਜਿਹੜੀ, ਅਗਰ ਇਸ ਤੋਂ ਤੁਸੀਂ ਉੱਤਾ ਰੱਖਣਾ ਚਾਹੁੰਦੇ ਹੋ, ਇਤਨਾ ਰੱਖਣਾ ਚਾਹੁੰਦੇ ਹੋ, ਤੇ ਮੁੜ ਆਵਾਜ਼ ਚੀਕਣੀ ਸੀ, ਬਹੁਤ ਜ਼ਿਆਦਾ ਆਵਾਜ਼ ਹੋ ਗਈ ਸੀ। ਤੇ ਜਿਹੜੀ ਬੇਸ ਸੀ ਉਹ ਥੋੜੀ ਘੱਟ ਪਈ ਸੀ। ਇਤਨੀ ਤੁਸੀਂ ਅਗਰ ਸੈਟਿੰਗ ਰੱਖਣੀ ਹੋਵੇ, ਲੇਕਿਨ ਇਤਨਾ ਜਿਹੜਾ ਇਹਨਾਂ ਥੱਲੇ ਇਤਨਾ ਰੱਖਣਾ ਬਿਹਤਰ ਹੈ ਵੀ ਇਸ ਹਿਸਾਬ ਨਾਲ ਆਵਾਜ਼ ਵੀ ਸਹੀ ਰਹਿੰਦੀ ਹੈ, ਬੇਸ ਵੀ ਸਹੀ ਰਹਿੰਦੀ ਹੈ, ਕੋਇਲ ਸੜਨ ਦਾ ਖਤਰਾ ਹੀ ਕੋਈ ਨਹੀਂ ਹੁੰਦਾ। ਅਗਰ ਜ਼ਿਆਦਾ ਉੱਤਾ ਰੱਖੇ ਸੋ ਇਹਦੇ ਵਿੱਚ ਥੋੜਾ ਸੜਨ ਦਾ ਖਤਰਾ ਹੀ ਹੁੰਦਾ। ਤੇ ਉਸ ਤੋਂ ਇਲਾਵਾ ਜਿਹੜਾ ਹੈ ਵੀ ਦੂਸਰਾ ਹੁੰਦਾ ਹੈ ਵੀ ਦੂਸਰਾ ਜਿਹੜੀ ਆਵਾਜ਼ ਹੈ ਪਈ ਉਹ ਇੰਝ ਚੀਕਣੀ ਜਿਹੀ ਬਣ ਪੈਂਦੀ ਹੈ ਵਿੱਚ, ਅਗਰ ਜ਼ਿਆਦਾ ਆਵਾਜ਼ ਫੁੱਲ ਬੰਦਾ ਜਿਲੇ ਦਿੰਦਾ ਹੈ ਵੀ ਇਸਤੇਮਾਲ ਕਰਨ ਦਾ। ਤੇ ਇੱਥੇ ਬਿਹਤਰੀਨ ਇਹਦੀ ਸੈਟਿੰਗ ਹੋ ਗਈ ਕੋਇਲ ਦੀ। ਤੇ ਜਿਹੜਾ ਸਪੈਡਰ ਹੈ ਹੁਣ ਤੁਸੀਂ ਇਸ ਤਰ੍ਹਾਂ ਅੰਗਲ ਮਾਰ ਲਓ, ਅਗਰ ਤੁਹਾਡੀ ਅੰਗਲ ਨਰਮ ਹੈ ਭਾਈ ਤਾਂ ਤੁਸੀਂ ਕੋਈ ਪੇਚਕਾਸ ਜਾਂ ਕਿਸੇ ਔਜ਼ਾਰ ਨਾਲ ਵੀ ਇਸ ਤਰੀਕੇ ਨਾਲ ਘੁਮਾ ਕੇ ਵੇਖ ਸਕਦੇ ਹੋ। ਇਸ ਤਰ੍ਹਾਂ ਇਸ ਦਾ ਵਿੱਚੋਂ ਸੈਟਿੰਗ ਕਰਨ ਤੋਂ ਬਾਅਦ ਉਸ ਤੋਂ ਬਾਅਦ ਇਹਦੇ ਉੱਤੇ ਸਮੱਧ ਲਾ ਲਵਣੀ ਹੈ ਪਈ। ਇਸ ਤਰੀਕੇ ਨਾਲ ਸਮੱਧ ਥੋੜ੍ਹਾ ਸਹੀ ਮਿਕਦਾਰ ਦੀ ਲਾਉਣੀ, ਬਿਲਕੁਲ ਥੋੜ੍ਹੀ ਨਹੀਂ ਲਾਉਣੀ, ਚੰਗੀ ਸਮੱਧ ਲਾਉਣ ਤੋਂ ਬਾਅਦ ਤੇ ਮੁੜ ਇਸ ਨੂੰ ਅੱਗਾ ਫਿੱਟ ਕਰਨਾ ਵੀ ਆ। ਮੁਕੰਮਲ ਦੇ ਤਰੀਕਾਕਾਰ ਤੁਹਾਨੂੰ ਦੱਸਣੇ ਆ। ਤੇ ਵੀਡੀਓ ਵਿੱਚ ਜਿਹੜੀ ਸਟਾਪ ਹੋ ਪਾਉਂਦੀ ਹੈ ਜਾਂ ਅੱਗੇ ਪਿੱਛੋਂ ਹੋ ਜਾਂਦਾ, ਉਹਦਾ ਨਿਜ਼ਾਮ ਇਹ ਪਿਆ ਬਈ ਵਿੱਚ ਗਾਹਕ ਵਗੈਰਾ ਵੀ ਆ ਜਾਂਦੇ ਨੇ, ਉਹਨਾਂ ਦੇ ਨਾਲ ਵੀ ਕਰਨਾ ਪੈਂਦਾ ਵੀ ਆ। ਜਿਹੜਾ ਕੰਮ ਸ਼ਾਮ ਉਹਨਾਂ ਦਾ ਵੀ ਉਹਨਾਂ ਦਾ ਵੀ ਹਿਸਾਬ ਵੇਖਣਾ ਪੈਂਦਾ। ਤੇ ਇਸ ਵਾਸਤੇ ਵੀਡੀਓ ਥੋੜ੍ਹੀ ਸਟਾਪ ਹੋ ਗਈ, ਅੱਗੇ ਪਿੱਛੇ ਹੋ ਗਈ, ਇਹਦਾ ਤੁਸੀਂ ਮਾਈਂਡ ਨਾ ਕਰਿਆ। ਤੇ ਮੁਕੰਮਲ ਇਹਦੇ ਵਿੱਚ ਕੋਈ ਚੀਜ਼ ਵੀ ਨਹੀਂ ਲੁਕਾਈ ਹੈ ਪਈ। ਤੁਹਾਡੇ ਕੋਲ ਮੁਕੰਮਲ ਜਿਹੜਾ ਤਰੀਕਾਕਾਰ ਹੈ ਨਾ ਇਹਦਾ ਰਿਪੇਅਰ ਕਰਨ ਦਾ, ਮੁਕੰਮਲ ਤੁਹਾਨੂੰ ਦੱਸਦੇ ਪਏ ਐਂਡ ਤਾਈਂ। ਤੇ ਇਸ ਦਾ ਹੁਣ ਇੱਥੇ ਲਾ ਕੇ ਸਪੈਡਰ ਨੂੰ ਇਹਦੇ ਥੋੜ੍ਹਾ ਜਿਹਾ ਘੁਮਾ ਲੈਣਾ, ਤਾਂ ਕਿ ਜਿਹੜੀ ਸਮੱਧ ਹੈ ਉੱਤੋਂ ਸਪੈਡਰ ਨਾਲ ਵੀ ਤੇ ਥੱਲੇ ਸਪੀਕਰ ਨਾਲ ਵੀ ਚੰਗੀ ਰੀਤ ਅਟੈਚ ਹੋ ਜਾਵੇ, ਜਜ਼ਬ ਹੋ ਜਾਵੇ। ਤੇ ਉਸ ਤੋਂ ਬਾਅਦ ਸਪੈਡਰ ਦੀ ਕੋਇਲ ਦੇ ਨਾਲ ਅਟੈਚ ਕਰਕੇ ਇਸ ਤਰ੍ਹਾਂ ਸਮੱਧ ਲਾ ਲਾਉਣੀ। ਤੇ ਜਿਹੜਾ ਸਪੈਡਰ ਹੈ ਨਾ ਇੱਥੇ ਕੋਇਲ ਦੇ ਨਾਲ ਅਟੈਚ ਕਰਨਾ, ਇਹਨੂੰ ਹੇਠਾਂ ਬਹੁਤ ਜ਼ਿਆਦਾ ਨਹੀਂ ਦਬਾਉਣ ਦੇਣਾ, ਇਹਨੂੰ ਬਿਲਕੁਲ ਸਿੱਧਾ ਰੱਖਣਾ ਵੀ ਆ। ਹੇਠਾਂ ਬਹੁਤ ਹੇਠਾਂ ਨਾ ਹੋਵੇ, ਇਸ ਕੋਇਲ ਵਾਲੀ ਸਾਈਡ ਜ਼ਰੂਰ ਹੇਠਾਂ ਨਾ ਹੋਵੇ। ਇਸ ਤਰੀਕੇ ਨਾਲ ਇਹ ਸਿੱਧਾ ਹੋਣਾ ਚਾਹੀਦਾ ਸਪੈਡਰ, ਬਿਲਕੁਲ ਲੈਵਲ ਜਿਸ ਤਰ੍ਹਾਂ ਪਿੱਛੂ ਇਹ ਪਿਆ ਉਂਝ ਅੱਗਾ ਐਂਡ ਤਾਈਂ ਹੋਣਾ ਚਾਹੀਦਾ। ਸਪੈਡਰ ਹੇਠਾਂ ਦਬੀ ਹੋਣਾ ਨਹੀਂ ਚਾਹੀਦਾ। ਤੇ ਸਮੱਧ ਨੂੰ ਇੱਥੇ ਚੰਗੀ ਰੀ ਲਾ ਲਈ। ਉਸ ਤੋਂ ਬਾਅਦ ਇਹਦਾ ਜਿਹੜਾ ਪਰਦਾ ਹੈ ਵੀ ਆ ਉਹਨੂੰ ਕੈਂਚੀ ਦੀ ਮਦਦ ਨਾਲ ਇਸ ਤਰੀਕੇ ਨਾਲ ਕੱਟ ਲਵਣਾ, ਥੋੜ੍ਹਾ ਉਹਦੇ ਹਿਸਾਬ ਦਾ ਸਾਈਜ਼ ਬਣਾ ਲਵਣਾ। ਸ਼ੁਰੂ ਤੋਂ ਹੀ ਤੁਸੀਂ ਥੋੜ੍ਹਾ ਕੱਟ ਕੇ ਚੈੱਕ ਕੀਤੀ ਜਾਵੇ, ਜਿੱਥੇ ਉਹਦੀ ਸਹੀ ਫਿਟਿੰਗ ਆ ਜਾਵੇ ਉੱਥੇ ਉਹਨੂੰ ਰੱਖ ਦੇਣਾ। ਇਹ ਨਹੀਂ ਪਹਿਲੋਂ ਤੁਸੀਂ ਬਹੁਤ ਜ਼ਿਆਦਾ ਕੱਟ ਪਓ ਫਿਰ ਬਾਅਦ ਸਹੀ ਫਿਟਿੰਗ ਨਾ ਆਵੇ, ਇਹ ਤੁਸੀਂ ਇhtiyਾਤ ਦਾ ਕੰਮ ਕਰਨਾ ਹੈ। ਤੇ ਇਸ ਤਰੀਕੇ ਅਸੀਂ ਕਟਿੰਗ ਕਰਨ ਨਾਲ ਇੱਕ ਵੀ ਚੈੱਕ ਕਰ ਲੈਂਦੇ ਹਾਂ ਇੱਥੇ। ਤੇ ਇੱਥੇ ਹੁਣ ਇਸ ਦੀ ਯਾਨੀ ਕਿ ਸਹੀ ਫਿਟਿੰਗ ਆ ਗਈ ਹੈ। ਸਾਡਾ ਨਿੱਤ ਦਾ ਕੰਮ ਹੈ, ਤਜਰਬਾ ਹੈ ਪਿਆ, ਲੇਕਿਨ ਤੁਸੀਂ ਅਗਰ ਕੋਈ ਨਵਾਂ ਸਿੱਖਣ ਵਾਲਾ ਤਾਂ ਤੁਸੀਂ ਥੋੜ੍ਹਾ ਇhtiyਾਤ ਦਾ ਕਰਨਾ ਹੈ। ਤੇ ਉਸ ਤੋਂ ਬਾਅਦ ਇਹਦੀ ਜਿਹੜੀ ਕੰਨੀ ਹੈ ਬਈ ਇਹਦੇ 'ਚ ਕਰ ਦੋ ਸਮੱਧ ਲਾ ਲਵਣੀ ਚੰਗੀ ਰੀਤ। ਸਮੱਧ ਲਾਉਣ ਤੋਂ ਬਾਅਦ ਇਸ ਨੂੰ ਫਿਰ ਇਹਦਾ ਜਿਹੜਾ ਇਹ ਵੀ ਆ ਸਪੀਕਰ ਦਾ ਉਤਲੀ ਸਾਈਡ ਉਸ ਦੇ ਉੱਤੇ ਲਾਉਣੀ ਹੈ ਵੀ ਸਮੱਧ, ਮੁੜ ਇਸ ਨੂੰ ਚਿਪਕਾ ਦੇਣਾ ਵੀ ਆ ਉੱਤੇ ਰੱਖ ਕੇ ਪਰਦੇ ਨੂੰ। ਤੇ ਇੱਥੇ ਪਰਦੇ ਨੂੰ ਸਮੱਧ ਲਾ ਕੇ ਇੱਕ ਮਣੇ ਰੱਖ ਦਿੱਤਾ। ਉਸ ਤੋਂ ਬਾਅਦ ਸਪੀਕਰ ਦੀ ਸਾਈਡ ਤੁਸੀਂ ਕਰ ਦੋ ਸਮੱਧ ਲਾਉਣੀ ਹੈ। ਤੇ ਸਮੱਧ ਇੱਥੇ ਥੋੜ੍ਹੀ ਜ਼ਿਆਦਾ ਲਾਉਣੀ ਹੈ ਤਾਂ ਕਿ ਜਿਹੜਾ ਪਰਦਾ ਹੈ ਉਹ ਚੰਗੀ ਰੀਤ ਚੰਬੜ ਜਾਵੇ। ਆਪਣਾ ਬਾਅਦ ਵਿੱਚ ਵੀ ਲੰਮੇ ਟਾਈਮ ਤੱਕ ਸਪੀਕਰ ਜਿਹੜਾ ਨਾ ਸਹੀ ਚੱਲੇ। ਇਦੋਂ ਆਪਣੇ ਤਰਫੋਂ ਕੋਈ ਮਸਲਾ ਨਾ ਬਣੇ, ਇਦੋਂ ਖੁੱਲ੍ਹੇ ਨਹੀਂ ਨਾ ਲੀਕ ਹੋਵੇ ਪਰਦਾ। ਤੇ ਇੱਥੇ ਤੁਸੀਂ ਇhtiyਾਤ ਦਾ ਕੰਮ ਕਰਨਾ। ਉਸ ਤੋਂ ਬਾਅਦ ਤੁਸੀਂ ਐਂਗਲ ਦੀ ਮਦਦ ਨਾਲ ਵੀ ਇਹਨੂੰ ਰਲਾ ਸਕਦੇ ਹੋ, ਜਾਂ ਉਸ ਤੋਂ ਇਲਾਵਾ ਡਾਇਰੈਕਟ ਪਰਦਾ ਲਾਉਣ ਨਾਲ ਵੀ ਇਹ ਰਲ ਸਕਦੀ ਹੈ। ਦੇਖੋ ਜਿਸ ਤਰੀਕੇ ਨਾਲ ਇਹਦੀ ਸਾਰੀ ਹੋ ਗਈ ਸੈਟਿੰਗ ਵਗੈਰਾ, ਉਸ ਤੋਂ ਬਾਅਦ ਇਹਦੇ ਉੱਤੇ ਪਰਦਾ ਲਾ ਕੇ ਤੇ ਅਗਲਾ ਵੀ ਇਹਦਾ ਤਰੀਕਾਕਾਰ ਮੁਕੰਮਲ ਤੁਹਾਨੂੰ ਦੱਸਣੇ ਆ, ਤੁਸੀਂ ਵੀਡੀਓ ਐਂਡ ਤਾਈਂ ਵੇਖੋ। ਤੇ ਪਰਦੇ ਨੂੰ ਫਿਰ ਵਿੱਚ ਰੱਖ ਕੇ ਤੇ ਇਸ ਨੂੰ ਘੁਮਾ ਲਾਉਣਾ ਚੰਗੀ ਰੀਤ, ਤਾਂ ਕਿ ਪਰਦੇ ਨਾਲ ਚੰਗੀ ਰੀਤ ਜਿਹੜੀ ਸਮੱਧ ਹੇਠੋਂ ਸਪੀਕਰ 'ਤੇ ਲਾਈਏ ਉਹ ਚੰਗੀ ਰੀਤ ਪਰਦੇ ਨਾਲ ਵੀ ਅਟੈਚ ਹੋ ਜਾਵੇ। ਤੇ ਉਸ ਤੋਂ ਬਾਅਦ ਇਸ ਦੇ ਉੱਤੇ ਅਸੀਂ ਇਸਤੇਮਾਲ ਕਰ ਰਹੇ ਹਾਂ ਗਲੂਗਨ ਰਾਡ ਲਾਉਣਾ ਵੀ ਆ ਕੋਇਲ ਦੇ ਉੱਤੇ, ਤਾਂ ਕਿ ਜਿਹੜਾ ਨਾ ਇਸ ਦੀ ਜਲਦੀ ਜਿਹਦੀ ਮੈਜਿਕ ਵਗੈਰਾ ਲਾਉਣੀ ਜਾਂ ਸਮੱਧ ਲਾਉਣੀ ਹੈ ਉਸ ਦੇ ਉੱਤੇ ਸੁੱਕਣ 'ਤੇ ਕਾਫੀ ਟਾਈਮ ਲੱਗ ਜਾਣਾ। ਲੇਕਿਨ ਇਹਦੇ ਉੱਤੇ ਗਲੂਗਨ ਰਾਡ ਦਿੰਦੇ ਪਏ, ਉਹਦੇ ਨਾਲ ਮਜ਼ਬੂਤੀ ਥੋੜ੍ਹੀ ਸਹੀ ਹੋ ਜਾਸੀ।
ਤੇ ਉਸ ਤੋਂ ਇਲਾਵਾ ਸਪੀਕਰ ਵੀ ਜਲਦੀ ਇਸਤੇਮਾਲ ਕਰ ਸਕਦੇ ਹੋ। ਤੇ ਇਹ ਵੇਖ ਸਕਦੇ ਹੋ ਤੁਸੀਂ ਗਿਲੂਗਨ ਰਾਡ ਇਹਦੇ ਉੱਤੇ ਇਸਤੇਮਾਲ ਕਰ ਰਹੇ ਹਾਂ। ਤੁਸੀਂ ਗਨ ਤੋਂ ਇਲਾਵਾ ਅਗਰ ਲਾਉਣਾ ਚਾਹੁੰਦੇ ਹੋ ਤਾਂ ਫਿਰ ਤੁਹਾਨੂੰ ਕਾਵੀਏ ਨਾਲ ਲਾਉਣਾ ਪੈਂਦੀ। ਇਹਦੀ ਜਿਹੜੀ ਪਿਛਲੀ ਰਬੜ ਦੀ ਸਟਿਕ ਹੈ ਪਈ, ਇਹ ਤਕਰੀਬਨ 20 ਤੋਂ 30 ਰੁਪਏ ਦੀ ਮਿਲ ਜਾਂਦੀ ਹੈ ਪਈ ਆਸਾਨੀ ਨਾਲ, ਅਗਰ ਤੁਸੀਂ ਇਹ ਇਸਤੇਮਾਲ ਕਰਨਾ ਚਾਹ ਰਹੇ ਹੋ ਜੀ। ਅਗਰ ਤੁਸੀਂ ਸਮਾਧ ਵਗੈਰਾ ਜਾਂ ਮੈਜਿਕ ਲਾਉਣਾ ਚਾਹ ਰਹੇ ਹੋ ਤਾਂ ਉਹ ਵੀ ਠੀਕ ਹੈ, ਇਹ ਵੀ ਠੀਕ ਹੈ ਵੀ, ਜਿਵੇਂ ਤੁਹਾਡੀ ਮਰਜ਼ੀ ਦਾ ਕੋਈ ਇਸ਼ੂ ਨਹੀਂ ਹੈ ਵੀ। ਤੁਸੀਂ ਜਿਹੜੀ ਮਰਜ਼ੀ ਹੈ ਇਸਤੇਮਾਲ ਕਰ ਲਓ। ਤੇ ਇਹ ਹੁਣ ਇੱਥੇ ਅਸੀਂ ਲਾ ਦਿੱਤੀ, ਇਹਦੇ ਉੱਤੇ ਕੋਈ ਥੋੜਾ ਬਹੁਤਾ ਵਜ਼ਨ ਵਗੈਰਾ ਰੱਖਦੇ ਸਾਂ, ਇਹਨੂੰ ਥੋੜੀ ਦੇਰ ਇਵੇਂ ਨੱਪ ਕੇ ਖਲੋਵਣ ਨਾਲ ਜਿਹੜਾ ਇਹ ਸੁੱਕ ਗਈ ਸੀ। ਤੇ ਇੱਥੇ ਹੁਣ ਇਹ ਬਿਲਕੁਲ ਸੁੱਕ ਗਈ ਹੈ, ਠੰਡਾ ਹੋ ਗਿਆ। ਠੰਡਾ ਹੋਣ ਨਾਲ ਇਹ ਠੀਕ ਹੋ ਜਾਂਦਾ ਪਿਆ, ਫਟੀਂਦਾ ਨਹੀਂ ਦੁਬਾਰਾ। ਤੇ ਇਸ ਨੂੰ ਇੱਥੇ ਛੋੜ ਦੇਣਾ ਇਸ ਤਰੀਕੇ, ਥੋੜੀ ਦੇਰ ਫਟਣ ਤੋਂ ਬਾਅਦ ਇਹ ਹੁਣ ਇੱਥੇ ਮਜ਼ਬੂਤੀ ਨਾਲ ਇਸ ਦੀ ਫਿਟਿੰਗ ਹੋ ਗਈ ਹੈ। ਲੇਕਿਨ ਇਸ ਨੂੰ ਫਿਰ ਵੀ ਇhtiyatan ਅਸੀਂ ਹੁਣ ਤਕਰੀਬਨ ਸ਼ਾਮ ਦਾ ਟਾਈਮ ਹੈ, ਇਸ ਨੂੰ ਰੱਖ ਕੇ ਬਾਅਦ ਵਿੱਚ ਘਰ ਨੂੰ ਸੁਬਹ ਨਾਲ ਆ ਕੇ ਇਸ ਦਾ ਜਿਹੜਾ ਅਗਲਾ ਕੰਮ ਹੈ ਪਿਆ ਉਹ ਤੁਹਾਨੂੰ ਦੱਸੇ ਸਾਂ ਕਿਸ ਤਰ੍ਹਾਂ ਇਹਦਾ ਅਗਲਾ ਕੰਮ ਕਰਨਾ ਹੈ। ਲਾ ਉਹ ਰਾਡ ਪਿਆ ਤੁਸੀਂ ਲੈ ਸਕਦੇ ਹੋ। ਤੇ ਇਸ ਨੂੰ ਇਸ ਤਰ੍ਹਾਂ ਮੁੱਦਾ ਰੱਖ ਦੇਣਾ ਪਿਆ, ਸਿੱਧਾ ਨਹੀਂ ਰੱਖਣਾ ਤਾਂ ਕਿ ਇਹਦੇ ਵਿੱਚ ਕੋਈ ਧੂਲ ਮਿੱਟੀ ਕੋਈ ਕਚਰਾ ਸ਼ਚਰਾ ਨਾ ਵੜੇ। ਤੇ ਇੱਥੇ ਹੁਣ ਸਵੇਰੇ ਅਸੀਂ ਇਸ ਦਾ ਜਨਾਬੇ ਅਲੀ ਪੇਪਰ ਵਗੈਰਾ ਕੱਢਣ ਲੱਗੇ ਹਾਂ। ਪੇਪਰ ਇਹਦੇ ਸਾਰੇ ਕੱਢ ਕੇ ਉਸ ਤੋਂ ਬਾਅਦ ਇਹ ਹੁਣ ਇੱਥੇ ਚੰਗੀ ਦੀ ਸੁੱਕਿਆ ਪਿਆ, ਇਹਨੂੰ ਬੇਫਿਕਰ ਹੋ ਕੇ ਬਤਾ ਹੁਣ ਇਸਤੇਮਾਲ ਕਰ ਸਕਦਾ ਹੈ ਪਿਆ। ਸਿਰਫ ਰਾਤ ਦਾ ਇਹਨੂੰ ਟਾਈਮ ਦਿੱਤਾ ਜੇ, ਅਗਰ ਉਸ ਟਾਈਮ ਵੀ ਇਸਤੇਮਾਲ ਕਰੀਏ ਤਾਂ ਇਹਨੂੰ ਤਕਰੀਬਨ ਘੰਟੇ ਦਾ ਟਾਈਮ ਦੇਣਾ ਪਵੇ ਤਾਂ ਕਿ ਜਿਹੜਾ ਪਰਦਾ ਦੀ ਸਮੱਧ ਵਗੈਰਾ ਚੰਗੀ ਦੀ ਸੁੱਕ ਜਾਵੇ ਸਪੈਡਰ ਦੀ ਵੀ। ਇੱਥੇ ਹੁਣ ਇਹ ਰਨਿੰਗ ਵਗੈਰਾ ਚੰਗੀ ਦੀ ਕਰ ਰਹੀ ਹੈ, ਜਿਸ ਲਈ ਰਨਿੰਗ ਕਰਨੀ ਹੈ ਨਾ ਉਸ ਟਾਈਮ ਤੁਸੀਂ ਇਹਨੂੰ ਇਸ ਤਰ੍ਹਾਂ ਉੱਤਾਂ ਹੇਠਾਂ ਹਿਲਾ ਕੇ ਕੰਨ ਇਹਦੇ ਨਾਲ ਥੋੜ੍ਹੇ ਜਿਹੇ ਕੰਨ ਲਾ ਕੇ ਵੇਖਣਾ ਹੈ ਵੀ ਬਈ ਕਿਸੀ ਆਵਾਜ਼ ਕੋਈ ਕਰ ਦੀ ਆਵਾਜ਼ ਰਗੜ ਦੀ ਆਵਾਜ਼ ਆ ਰਹੀ ਹੈ। ਫਿਰ ਇਹਦੇ ਵਿੱਚ ਤੁਸੀਂ ਇਸ ਤਰੀਕੇ ਨਾਲ ਪੇਪਰ ਜਿਹੜਾ ਹੈ ਵੀ ਅਕਸਰੇ ਵਾਲਾ ਜਾਂ ਦੂਸਰਾ ਕੋਈ ਇਸ ਤਰ੍ਹਾਂ ਦਾ ਪੇਪਰ ਤੁਸੀਂ ਮਾਰ ਸਕਦੇ ਹੋ। ਇਹ ਜੇਲਡ ਵਾਲਾ ਪੇਪਰ ਹੈ, ਕਿਤਾਬਾਂ ਦੀ ਜੇਲਡ ਵਾਲਾ, ਇਹ ਇਸ ਤਰੀਕੇ ਨਾਲ ਇਸ ਵਿੱਚ ਮਾਰ ਲਿਆ ਇhtiyatan ਲਾਇਆ। ਲੇਕਿਨ ਇਹਦੇ ਵਿੱਚ ਆਵਾਜ਼ ਉਸ ਤਰ੍ਹਾਂ ਦੀ ਕੋਣੀ ਹੈ ਪਈ, ਬਿਲਕੁਲ ਬਿਹਤਰੀਨ ਇਸ ਦੀ ਫਿਟਿੰਗ ਹੋ ਗਈ ਹੈ। ਤੇ ਉਸ ਤੋਂ ਬਾਅਦ ਇਹਦੀ ਜਿਹੜੀਆਂ ਜੰਪਰ ਤਾਰਾਂ ਹਨ ਪਈਆਂ ਇਹਨਾਂ ਦੇ ਟਾਂਕੇ ਵਗੈਰਾ ਕਰਕੇ ਤੇ ਟਿਊਜ਼ਰ ਦੀ ਮਦਦ ਨਾਲ ਇਸ ਤਰੀਕੇ ਨਾਲ ਦੋਹਾਂ ਸਾਈਡਾਂ ਤੋਂ ਸੁਰਾਖ ਕਰ ਲੈਣੇ। ਤੇ ਸੁਰਾਖ ਕਰਨ ਤੋਂ ਬਾਅਦ ਇਹਦੀਆਂ ਜਿਹੜੀਆਂ ਥੱਲਵੀਆਂ ਜੰਪਰ ਤਾਰਾਂ ਹਨ ਪਈਆਂ ਤਿੱਲੇ ਵਾਲੀਆਂ ਉਹਨਾਂ ਨੂੰ ਉੱਤਾਂ ਕੱਢਣਾ ਵੀ ਆ, ਉੱਤਾਂ ਉਹਨਾਂ ਨੂੰ ਟਿਊਜ਼ਰ ਦੀ ਮਦਦ ਨਾਲ ਇੱਕ ਸੁਰਾਖ ਵੇਖ ਕੇ ਕੱਢ ਲੈਣਾ ਕੁਝ ਇਸ ਤਰੀਕੇ ਨਾਲ। ਦੋਵੇਂ ਤਾਰਾਂ ਨੂੰ ਕੱਢ ਕੇ ਉਸ ਤੋਂ ਬਾਅਦ ਇਹਦੇ ਉੱਤੇ ਜਿਹੜੀਆਂ ਦੂਜੀਆਂ ਤਾਰਾਂ ਨੂੰ ਦੋ ਟਿਊਜ਼ਰਾਂ ਦੀ ਮਦਦ ਨਾਲ ਉਹਨਾਂ ਨੂੰ ਚੰਗੀ ਰੀਤ ਉੱਤੇ ਲਪੇਟ ਦੇਣਾ ਵੀ ਆ। ਲਪੇਟ ਸਫਾਈ ਕਰਕੇ ਬਲੇਡ ਜਾਂ ਕਟਰ ਦੀ ਮਦਦ ਨਾਲ ਇਹਨਾਂ ਦੇ ਉੱਤੋਂ PVC ਵਗੈਰਾ ਲਾ ਲਵਾਂਗੇ ਵਾਰਨਿਸ਼। ਤੇ ਉਸ ਤੋਂ ਬਾਅਦ ਇਹਨਾਂ ਨੂੰ ਥੱਲੀਆਂ ਤਿੱਲੇ ਵਾਲੀਆਂ ਤਾਰਾਂ ਤੇ ਲਪੇਟ ਕੇ ਉਸ ਤੋਂ ਬਾਅਦ ਇਹਨੂੰ ਸੋਲਡਰ ਕਾਵੀਆ ਸ਼ਾਵੀਆ ਲਾ ਕੇ ਤੇ ਮਜ਼ਬੂਤੀ ਨਾਲ ਇਹਨੂੰ ਸੋਲਡਰ ਕਰ ਦੇਣਾ। ਤੇ ਇੱਥੇ ਜਮਾ ਨਫੀ ਦਾ ਕੋਈ ਮਸਲਾ ਨਹੀਂ ਹੈ ਵੀ ਬਾਅਦ ਵਿੱਚ ਵੀ ਬੰਦਾ ਕੱਢ ਸਕਦਾ ਵੀ ਆ। ਤੇ ਉਸ ਤੋਂ ਬਾਅਦ ਇਹਦੇ ਉੱਤੇ ਵੀ ਟਾਂਕੇ ਵਗੈਰਾ ਲਿਸਾਂ ਤੇ ਇੱਥੇ ਇਹਨੂੰ ਇਸ ਤਰੀਕੇ ਨਾਲ ਵੀ ਜਿਹੜੀਆਂ ਦੀਆਂ ਤਾਰਾਂ ਹਨ ਪਈਆਂ ਉਹਨਾਂ ਨੂੰ ਬਲੇਡ ਦੀ ਮਦਦ ਨਾਲ ਚੰਗੀ ਦੀ ਸਫਾਈ ਕਰ ਲੈਣੀ ਹੈ ਕੁਝ ਇਸ ਤਰੀਕੇ ਨਾਲ। ਤੇ ਇਸ ਵੀਡੀਓ ਨੂੰ ਤੁਸੀਂ ਅੱਗਾਂ ਵੀ ਆਪਣੇ ਦੋਸਤਾਂ ਦੇ ਵਿੱਚ ਵੀ ਸ਼ੇਅਰ ਕਰਨਾ ਤਾਂ ਕਿ ਉਹਨਾਂ ਨੂੰ ਵੀ ਕੋਈ ਸਪੀਕਰ ਵਗੈਰਾ ਰਿਪੇਅਰ ਕਰਨ ਤੋਂ ਇਲਾਵਾ ਹੋਰ ਵੀ ਰਿਪੇਅਰਿੰਗ ਦਾ ਕੰਮ ਪੋਸੀ ਤਾਂ ਉਹ ਵੀ ਜਿਹੜਾ ਸਾਡੇ ਚੈਨਲ 'ਤੇ ਉਹ ਵੀ ਮੌਜੂਦ ਹੈ ਪਿਆ। ਹਰ ਤਰ੍ਹਾਂ ਦੀ ਰਿਪੇਅਰਿੰਗ ਦਾ ਅਸੀਂ ਕੰਮ ਕਰੇ ਨੇ। ਤੁਹਾਨੂੰ ਇਸ ਚੈਨਲ ਸਬਸਕ੍ਰਾਈਬ ਕਰਨ ਨਾਲ ਬੜਾ ਫਾਇਦਾ ਹੋ ਸੀ। ਬਹੁਤ ਸਾਰੀਆਂ ਰਿਪੇਅਰਿੰਗ ਵਾਲੀਆਂ ਤੁਹਾਨੂੰ ਵੀਡੀਓ ਮਿਲ ਸਨ ਤੇ ਕੁਝ ਇਸ ਤਰੀਕੇ ਨਾਲ ਥੱਲੋਂ ਜਿਹੜੀ ਤਿੱਲੇ ਵਾਲੀ ਤਾਰ ਹੈ ਉਹਦੇ ਨਾਲ ਉਹਨੂੰ ਫਾੜ ਕੇ ਉੱਤੋਂ ਜਿਹੜਾ ਇਹ ਬਰੀਕ ਤਾਰ ਇਹਨੂੰ ਕੁਝ ਇਸ ਤਰੀਕੇ ਨਾਲ ਲਪੇਟ ਦੇਣਾ ਚੰਗੀ ਰੀਤ। ਤੇ ਕੰਮ ਕੋਈ ਵੀ ਮੁਸ਼ਕਿਲ ਨਹੀਂ ਹੁੰਦਾ, ਸਿਰਫ ਸਮਝਣਾ ਮੁਸ਼ਕਿਲ ਹੁੰਦਾ। ਨੀਅਤ ਨਾਲ ਜਿਹੜਾ ਕੋਈ ਬੰਦਾ ਕੰਮ ਨੂੰ ਸਮਝ ਲੈਂਦਾ ਉਹਦੇ ਵਾਸਤੇ ਕਰਨ ਵਾਸਤੇ ਕੰਮ ਮੁਸ਼ਕਿਲ ਨਹੀਂ ਹੁੰਦਾ ਵੀ। ਸਿਰਫ ਨੀਅਤ ਸਹੀ ਹੋਣੀ ਚਾਹੀਦੀ, ਕੰਮ ਨੂੰ ਸਮਝਣਾ ਚਾਹੀਦਾ ਵੀ ਆ। ਉਸ ਤੋਂ ਬਾਅਦ ਤੁਸੀਂ ਆਸਾਨੀ ਨਾਲ ਕੰਮ ਕਰ ਸਕਦੇ ਹੋ। ਤੇ ਇਸ ਵੀਡੀਓ ਨੂੰ ਵੇਖਣ ਤੋਂ ਬਾਅਦ ਤੁਸੀਂ ਜਿਹੜਾ ਹੈ ਚੈਨਲ ਸਾਡੇ ਤੇ ਬਾਕੀ ਵੀਡੀਓ ਤੇ ਵਿਜ਼ਿਟ ਲਾਜ਼ਮੀ ਕਰਨਾ। ਇੱਥੇ ਵੀ ਰੋਜ਼ਾ ਇਹਨੂੰ ਲਾ ਕੇ ਉਸ ਤੋਂ ਬਾਅਦ ਇਹਦੇ ਉੱਤੇ ਆ ਸੋਲਡਰ ਵਾਇਰ ਜਿਹੜੀ ਹੈ ਉਹਦੇ ਨਾਲ ਇਹਨੂੰ ਟਾਂਕੇ ਲੈਂਦੇ ਪਏ ਦੋਵਾਂ ਸਾਈਡਾਂ ਤੋਂ। ਤੇ ਇਸ ਵੀਡੀਓ ਤੋਂ ਵੇਖਣ ਤੋਂ ਬਾਅਦ ਤੁਸੀਂ ਬਾਕੀ ਜਿਹੜੀ ਵੀਡੀਓ ਨੂੰ ਨੋਟ ਵਿਜ਼ਿਟ ਲਾਜ਼ਮੀ ਕਰਨਾ ਵੀ ਆ। ਚੈਨਲ ਸਬਸਕ੍ਰਾਈਬ ਕਰੇ ਸੋ ਤੇ ਨਾਲ ਹੀ ਤੁਹਾਨੂੰ ਵੀਡੀਓ ਵਾਲਾ ਆਪਸ਼ਨ ਮਿਲੇਗੀ ਉਹਦੇ ਉੱਤੇ ਜਾ ਕੇ ਐਂਡ ਤੇ ਹੇਠਾਂ ਦਾ ਸਾਰੀਆਂ ਵੀਡੀਓ ਹੁੰਦੀਆਂ ਅਪਲੋਡ ਉਹਨਾਂ ਤੇ ਤੁਸੀਂ ਵਿਜ਼ਿਟ ਕਰਨਾ। ਟਾਰਚ ਲਾਈਟ ਬਣਾਉਣ ਦਾ ਵੀ, ਇਸ ਤੋਂ ਇਲਾਵਾ ਬੜੀਆਂ ਚੀਜ਼ਾਂ ਦਾ ਇਹ ਵੀ ਆ ਤਰੀਕਾਕਾਰ ਦੱਸਿਆ। ਮੋਟਰਸਾਈਕਲ ਦਾ ਪੈਟਰੋਲ ਘੱਟ ਕਰਨ ਵਾਸਤੇ ਥੋੜ੍ਹੀ ਇਸ ਤਰ੍ਹਾਂ ਦਾ ਨਿਜ਼ਾਮ ਦੱਸੀ ਹੋਏ। ਤੇ ਇੱਥੇ ਸਟਿਕ ਜਿਹੜੀ ਹੈ ਬਰੀਕ
ਕਿਲੋ ਗਨ ਰਾਡ ਵਾਲੀ ਸਟਿਕ ਬਰੀਕ ਹੈ ਤੇ ਉਹ ਅਸੀਂ ਕਾਵੀਏ ਦੀ ਮਦਦ ਨਾਲ ਇਹਦੀ ਜੰਪਰ ਤਾਰਾਂ ਤੇ ਲੈਂਦੇ ਪਏ ਹਾਂ ਤੇ ਇਹ ਚੰਗੀ ਰੀਤੇ ਦੀ ਇੱਥੇ ਮਜ਼ਬੂਤੀ ਬਣ ਗਈ ਸੀ। ਜੰਪਰ ਤਾਰਾਂ ਇੱਥੋਂ ਨਾ ਪਟੀਸ਼ਨ ਤੇ ਉਸ ਤੋਂ ਬਾਅਦ ਇਹਦੇ ਉੱਤੇ ਜਿਹੜੀਆਂ ਦੂਜੀ ਤਾਰਾਂ ਹਨ ਇਹਨਾਂ ਨੂੰ ਸੋਲਡਰ ਕਰਕੇ ਇਹਨਾਂ ਦੇ ਉੱਤੇ ਟਾਂਕੇ ਲਾ ਕੇ ਇਹ ਇੱਥੇ ਅਸੀਂ ਲਾ ਰਹੇ ਹਾਂ। ਤੇ ਚੈਨਲ ਨੂੰ ਤੁਸੀਂ ਲਾਜ਼ਮੀ ਸਬਸਕ੍ਰਾਈਬ ਕਰਨਾ, ਲਾਈਕ ਕਰਨਾ ਤੇ ਕਮੈਂਟ ਕਰਕੇ ਦੱਸਣਾ ਵੀ ਇਹ ਵੀ ਆ ਕੋਈ ਅਗਰ ਤੁਹਾਨੂੰ ਗੱਲ ਸਮਝ ਨਾ ਆਈ ਹੋਈ ਉਹਦਾ ਜਵਾਬ ਤੁਹਾਨੂੰ ਅਸੀਂ ਦਿਸਾਂ। ਤੇ ਅਗਰ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਸੋਹਣਾ ਜਿਹਾ ਕਮੈਂਟ ਕਰਿਆ ਦੇਸੀ ਆਵਾਜ਼ ਦੇ ਵਿੱਚ, ਤੁਹਾਨੂੰ ਇਸ ਵਾਸਤੇ ਸਮਝਾਇਆ ਕਿਉਂਕਿ ਸਾਡਾ ਕੋਈ ਚੈਨਲ ਫਰੀਜ਼ ਹੋਇਆ ਪਿਆ ਹੈ, ਉਹਨੂੰ ਅਨਫਰੀਜ਼ ਕਰਨਾ ਪਿਆ ਤੇ ਜ਼ਿਆਦਾਤਰ ਜਿਹੜੇ ਪਿਆ ਸਾਡੇ ਦਿਹਾਤੀ ਵੀਰਾ ਵੀਡੀਓ ਵੇਖਦੇ ਨੇ ਇਸ ਤਰ੍ਹਾਂ ਦੀ ਸ਼ੌਂਕ ਨਾਲ ਤੇ ਉਹਨਾਂ ਨੂੰ ਸਮਝਾਉਣ ਵਾਸਤੇ ਦੇਸੀ ਜ਼ਬਾਨ ਹੈ ਯਾਨੀ ਕਿ ਤੁਹਾਨੂੰ ਦੱਸਿਆ ਵੀ ਆ। ਉਰਦੂ ਦੇ ਵਿੱਚ ਅਸੀਂ ਨਹੀਂ ਦੱਸਿਆ ਇਸ ਵਾਸਤੇ ਤਾਂ ਕਿ ਤੁਹਾਨੂੰ ਆਸਾਨੀ ਨਾਲ ਉਹ ਗੱਲ ਦੀ ਸਮਝ ਆ ਜਾਵੇ। ਤੇ ਇੱਥੇ ਤੁਸੀਂ ਵੇਖ ਸਕਦੇ ਹੋ ਚਲਾ ਕੇ ਵੇਖ ਰਹੇ ਹਾਂ ਜੀ, ਅਗਰ ਇੱਥੇ ਉੱਤਨ ਦੇਰ ਵਰਕ ਕਰਦਾ ਪਿਆ ਤੇ ਉਹ ਜਮਾ ਨਫੀ ਦਾ ਤੁਸੀਂ ਇੱਥੇ ਪਤਾ ਕਰ ਸਕਦੇ ਹੋ। ਜਮਾ ਨਫੀ ਦਾ ਅਗਰ ਤੁਸੀਂ ਇਤਿਆਤਨ ਤੁਹਾਨੂੰ ਕੋਈ ਜ਼ਰੂਰੀ ਹੈ ਤਾਂ ਫਿਰ ਤੁਸੀਂ ਜਮਾ ਨਫੀ ਦਾ ਕਰ ਸਕਦੇ ਹੋ, ਲੇਕਿਨ ਇਹਦਾ ਫਰਕ ਉਹ ਨਹੀਂ ਹੁੰਦਾ। ਜਮਾ ਨਫੀ ਦਾ ਸਪੀਕਰ ਦੀਆਂ ਤਾਰਾਂ ਜਿਸ ਸਾਈਡ ਤੇ ਸਹੀ ਆਵਾਜ਼ ਆਉਂਦੀ ਉਸ ਸਾਈਡ ਦੇ ਸਪੀਕਰ ਦੀਆਂ ਤਾਰਾਂ ਤੁਸੀਂ ਲਾ ਸਕਦੇ ਹੋ। ਤੇ ਇੱਥੇ ਦੀ ਕੋਲੀ ਦੀ ਫਿਟਿੰਗ ਨਹੀਂ ਹੋ ਰਹੀ ਤੇ ਕੋਇਲ ਦੀ ਜਿਹੜੀ ਉਤਲਾ ਪੇਪਰ ਹੈ ਵੀ ਹੈ ਇਸ ਨੂੰ ਥੋੜਾ ਕੱਟ ਕਰਕੇ ਹੇਠਾਂ ਦੇ ਨੂੰ ਦਬਾ ਦਿਸਾਂ, ਉੱਤੋਂ ਇਹਦੀ ਕੋਲੀ ਲਾ ਦਿਸਾਂ। ਬਹੁਤ ਸੋਹਣਾ ਚੰਗਾ ਸਪੀਕਰ ਸਾਡਾ ਬਣ ਕੇ ਤਿਆਰ ਹੋ ਗਿਆ। ਸਾਰੀਆਂ ਸਾਈਡਾਂ ਨੂੰ ਕੈਂਚੀ ਨਾਲ ਕੱਟ ਕਰਕੇ ਉਸ ਤੋਂ ਬਾਅਦ ਇਹਦੀ ਕੋਲੀ ਲਾ ਕੇ ਤੁਹਾਨੂੰ ਲਾ ਕੇ ਵੀ ਚੈੱਕ ਕਰਵਾਉਂਦੇ ਹਾਂ। ਜੇ ਅਗਰ ਤੁਹਾਨੂੰ ਮੇਰੇ ਸਮਝਾਉਣ ਦਾ ਤਰੀਕਾਕਾਰ ਸਹੀ ਨਾ ਲੱਗੋਵੇ ਜਾਂ ਕੋਈ ਗਲਤੀ ਸ਼ਲਤੀ ਹੋ ਗਈ ਉਹਦੇ ਵਾਸਤੇ ਮਾਜ਼ਰਤ। ਤੇ ਬਾਕੀ ਜਿਹੜਾ ਆਪੂ ਫੁੱਲ ਜਿਹੜਾ ਕੀਤੀ ਹੈ ਵੀ ਕੋਸ਼ਿਸ਼ ਕੀਤੀ ਹੈ ਵੀ ਤੁਹਾਨੂੰ ਸਮਝ ਆ ਜਾਵੇ ਸਾਰੇ ਕੰਮ ਦੀ ਵੀ ਤੇ ਸਾਰੀ ਗੱਲਾਂ ਦੀ ਵੀ ਸਮਝ ਆ ਜਾਵੇ। ਤੇ ਇੱਥੇ ਹੁਣ ਇਹਦੀ ਕੋਇਲ ਦੀ ਕੁਝ ਇਸ ਤਰ੍ਹਾਂ ਕਟਾਈ ਵਗੈਰਾ ਕਰਕੇ ਇਹਦੇ ਉੱਤੇ ਕੋਲੀ ਅਸੀਂ ਚਿਪਕਾ ਰਹੇ ਹਾਂ। ਕੋਲੀ ਲਾਉਣ ਦਾ ਮਕਸਦ ਇਹ ਹੁੰਦਾ ਵੀ ਇਹਦੇ ਵਿੱਚ ਕਚਰਾ ਮਿੱਟੀ ਧੂਲ ਕੋਈ ਸ਼ੈ ਨਾ ਜਾਵੇ ਤੇ ਆਪਾਂ ਨੂੰ ਲਾਉਣੀ ਚਾਹੀਦੀ ਹੈ। ਜੇ ਅਗਰ ਤੁਸੀਂ ਕੋਲੀ ਨਹੀਂ ਤੁਹਾਡੇ ਕੋਲ ਨਹੀਂ ਲਾਉਣੀ ਚਾਹ ਰਹੇ ਹੋ, ਨਹੀਂ ਮਿਲ ਰਹੀ ਤੇ ਫਿਰ ਤੁਸੀਂ ਕੋਈ ਜਾਲੀ ਵਾਲਾ ਕੱਪੜਾ ਵੀ ਲਾ ਸਕਦੇ ਹੋ, ਬਿਲਕੁਲ ਬਰੀਕ ਜਾਲੀ ਵਾਲਾ ਕੱਪੜਾ ਵੀ। ਤੇ ਇਹਦੇ ਉੱਤੇ ਸੂਈ ਅਸੀਂ ਟੋਂਗ ਦਿੱਤੀ ਹੈ ਵੀ ਬਿਲਕੁਲ ਸਿੱਧੀ ਲੱਗੇ ਤੇ ਆਸਾਨੀ ਨਾਲ ਇਹਦੀ ਪਕੜ ਹੋ ਜਾਂਦੀ ਹੈ। ਚੱਕਰ ਦੋ ਸਮਾਦ ਲਾ ਕੇ ਇਹਨੂੰ ਲਾ ਦਿਸਾਂ ਤੇ ਉਸ ਤੋਂ ਬਾਅਦ ਇਹਦੇ ਉੱਤੇ ਕੋਈ ਵਜ਼ਨ ਰੱਖ ਕੇ ਥੋੜ੍ਹੀ ਦੇਰ ਇਸ ਨੂੰ ਰੱਖ ਦਿਸਾਂ ਤਾਂ ਕਿ ਚੰਗੀ ਦੀ ਚਿਪਕ ਜਾਵੇ। ਉਸ ਤੋਂ ਬਾਅਦ ਇਹਨੂੰ ਚਲਾ ਕੇ ਤੁਹਾਨੂੰ ਚੈੱਕ ਕਰਵਾਸਾਂ ਤੇ ਇਹਦਾ ਜਿਹੜਾ ਸਾਊਂਡ ਬੇਸ ਦਮਕ ਚੈੱਕ ਕਰਾਉਣ ਦਾ ਤਰੀਕਾਕਾਰ ਇਹ ਵੀ ਆ, ਉਹ ਅਸੀਂ ਸ਼ਾਰਟ ਵੀਡੀਓ ਬਣਾ ਕੇ ਉਹ ਅਪਲੋਡ ਯਾਨੀ ਕਿ ਵੱਖਰੀ ਕਰੇ ਸਾਂ। ਉਹਦੇ ਵਿੱਚ ਤੁਹਾਨੂੰ ਸਾਊਂਡ ਦਮਕ ਦੀ ਆਵਾਜ਼ ਜਿਹੜੀ ਉਹ ਸਾਰੀ ਤਸੱਲੀ ਨਾਲ ਚੈੱਕ ਹੋਵੇ ਸੀ। ਉਹ ਅਸੀਂ ਕਿਉਂ ਨਹੀਂ ਇੱਥੇ ਚੈੱਕ ਕਰਾ ਰਹੇ, ਉਹ ਇਸ ਤਰੀਕੇ ਨਹੀਂ ਸੇ ਚੈੱਕ ਕਰਾ ਰਹੇ। ਪਹਿਲੋਂ ਇੱਕ ਅਸੀਂ ਵੀਡੀਓ ਅਪਲੋਡ ਕੀਤੀ ਹੈ ਵੀ ਸਪੀਕਰ ਰਿਪੇਅਰ ਕਰਕੇ ਉਹਦੇ ਉੱਤੇ ਦਮਕ ਸਾਊਂਡ ਵਗੈਰਾ ਯਾਨੀ ਕਿ ਚੈੱਕ ਕਰਾਉਣ ਦਾ ਹੀ ਵਿੱਚ ਕਰ ਦਿੱਤਾ ਹੈ ਸਿਸਟਮ ਤੇ ਉਹਦੇ ਵਿੱਚ ਵੀਡੀਓ ਤੇ ਕਾਪੀਰਾਈਟ ਆ ਗਿਆ ਤੇ ਉਹਦੇ ਕਾਪੀਰਾਈਟ ਆਉਣ ਨਾਲ ਸਾਨੂੰ ਜਿਹੜਾ ਨਾ ਕੋਈ ਕਿਸੇ ਕਿਸਮ ਦਾ ਫਾਇਦਾ ਕੋਈ ਨਹੀਂ ਹੁੰਦਾ ਵੀ ਆ, ਉਲਟਾ ਚੈਨਲ ਨੂੰ ਨੁਕਸਾਨ ਹੁੰਦਾ। ਤੇ ਇੱਥੇ ਤੁਹਾਨੂੰ ਇਹ ਵਿਖਾ ਰਹੇ ਆ ਕਨੈਕਸ਼ਨ ਇਹਦੇ ਸਾਰੇ ਲਾ ਕੇ ਆਵਾਜ਼ ਅਸੀਂ ਨਹੀਂ ਸ਼ੋਅ ਕਰਾਈ, ਇਸ ਵਾਸਤੇ ਨਹੀਂ ਸ਼ੋਅ ਕਰਾਈ ਇੱਥੇ ਤਾਂ ਕਿ ਜਿਹੜਾ ਨਾ ਕਾਪੀਰਾਈਟ ਦਾ ਮਸਲਾ ਨਾ ਬਣੇ। ਤੇ ਕਿਸ ਤਰੀਕੇ ਨਾਲ ਉਹਦੇ ਨਾਲ ਤੁਸੀਂ ਉਹ ਸ਼ਾਰਟ ਵੀਡੀਓ ਵੇਖਣੀ ਉਹ ਵੀ ਸਾਈਡ ਤੋਂ ਸਕਰੀਨ ਰਿਕਾਰਡਿੰਗ ਇੱਥੇ ਤੁਹਾਨੂੰ ਵਿਖਾ ਰਹੇ ਹਾਂ। ਜਿੱਥੇ ਜਿੱਥੇ ਅਸੀਂ ਕਲਿੱਕ ਕੀਤੀ ਜਿਸ ਨਿਸ਼ਾਨ ਦਿੱਤੀ ਜਾਂਦੇ ਉੱਥੇ ਤੁਸੀਂ ਇਹ ਕਲਿੱਕ ਕਰਕੇ ਤੁਸੀਂ ਸਪੀਕਰ ਮੈਕ ਤੇ ਬੋਲਣਾ ਇਜਾਜ਼ ਟੈਕਨੀਕਲ ਮਿਕਸ ਰਿਪੇਅਰਿੰਗ ਬੋਲੇ ਸੁਣਾ ਤੇ ਚੈਨਲ ਸਾਡਾ ਆਵੇ ਸੀ ਉਹਦੇ ਵਿੱਚ ਸ਼ਾਰਟ ਵੀਡੀਓ ਤੁਸੀਂ ਇਥੋਂ ਇਸ ਜਗ੍ਹਾ ਤੋਂ ਕੱਢ ਲਵੇ ਇੱਥੇ ਤਸਵੀਰ ਨੂੰ ਕਲਿੱਕ ਕਰਨਾ ਤੇ ਨਾਲ ਤੁਸੀਂ ਇਹ ਕੰਮ ਆਪਣਾ ਸ਼ਾਰਟ ਵੀਡੀਓ ਦੇ ਵਿੱਚ ਸੌਂਗ ਤੁਸੀਂ ਸੁਣ ਸਕਦੇ ਹੋ। ਤੇ ਮੇਰੇ ਉੱਤੇ ਕੋਈ ਗਿਲਾ ਸ਼ਿਕਵਾ ਇਸ ਗੱਲ ਦਾ ਨਹੀਂ ਕਰਨਾ ਬਈ ਇੱਥੇ ਕੋਈ ਸ਼ੈ ਚਲਾ ਕੇ ਨਹੀਂ ਵਿਖਾਈਏ ਪਈ। ਸਾਨੂੰ ਸਿਰਫ ਇਹ ਡਰ ਹੁੰਦਾ ਕਾਪੀਰਾਈਟ ਅਗਰ ਆ ਜਾਵੇ ਨਾ ਤੇ ਉਹਦੇ ਵਿੱਚ ਚੈਨਲ ਦਾ ਵੀ ਮਸਲਾ ਬਣ ਜਾਂਦਾ ਵੀ ਆ, ਸਾਡੀ ਸਾਰੀ ਹੋਈ ਮਿਹਨਤ ਜ਼ਾਇਆ ਬੇਕਾਰ ਜਾਂਦੀ ਹੈ ਪਈ। ਤੇ ਇਹ ਤੁਹਾਡੀ ਮਿਹਰਬਾਨੀ ਹੋਸੀ ਤੁਸੀਂ ਇਸ ਤਰੀਕੇ ਨਾਲ ਚੈਨਲ ਨੂੰ ਅਗਰ ਕੱਢ ਕੇ ਵੇਖ ਸੋ ਨਾ ਤੇ ਉੱਥੇ ਸੌਂਗ ਤੁਸੀਂ ਸੁਣ ਸੋ ਦਮਕ ਤੁਹਾਨੂੰ ਇਹਦਾ ਆਪੇ ਸਾਰਾ ਅੰਦਾਜ਼ਾ ਹੋ ਗਈ ਸੀ ਕਿ ਕਿਤਨੀ ਇਹਦੀ ਹੈਵੀ ਦਮਕ ਬੇਸ ਹੈ ਪਈ। ਤੇ ਬਾਕੀ ਵੀਡੀਓ ਤੇ ਤੁਸੀਂ ਵਿਜ਼ਿਟ ਲਾਜ਼ਮੀ ਕਰੇ ਸੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਆਪਣੇ ਦੋਸਤਾਂ ਦੇ ਵਿੱਚ ਲਾਜ਼ਮੀ ਸ਼ੇਅਰ ਕਰਨਾ ਤਾਂ ਕਿ ਉਹਨਾਂ ਦਾ ਵੀ ਫਾਇਦਾ ਹੋ ਜਾਵੇ। ਤੇ ਮਿਲਨੇ ਆ ਨਵੀਂ ਵੀਡੀਓ ਦੇ ਵਿੱਚ। ਸ਼ੁਕਰੀਆ, ਅੱਲਾ ਹਾਫਿਜ਼।